किरपा तारी, हर हर प्रभ किरपा तारी। बाणी आए तुर की, बाणी आए तुर की, बाणी आए तुर की, बाणी आई। आनंद करे नर नारी, हर हर प्रभ किरपा तारी। हर हर प्रभ किरपा तारी। संत सुख होआ सब थाई, सुख होआ सब ताई, सुख होआ सब ताई। बाणी आई, बाणी आई, बाणी आए तुर की, 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 बाणी आए। तिन सगली चिंत मिटाए, दयाल पुरख मेहरबाना, हर नानक साच बखाना। बाणी गुरु गुरु है बाणी, बिच बाणी अमृत सारे। गुरबाणी कह सेवक जन मानै, परतख गुरु निस्तारे। कल जुग जहाज अर्जन गुरु, सगल श्रेष्ठ लग बेतरों। जपे जिन्ने अर्जन देव गुरु, फिर संकट जोन गर्भ नायो। जपे जिन अर्जन देव गुरु। कुंभे बंदा जल रहे, जल बिन कुंभ ना होए। ज्ञान का बता मन रहे, गुर बिन ज्ञान न होए। गुरु गुरु गुर कर मन मोर, गुरु बिना मैं नाही होर, गुरु बिना मैं नाही हो। गुरु गुरु गुर कर मन मोर, गुरु बिना मैं नाही होर, गुरु बिना मैं नाही हो। गुरु गुरु गुर कर मन मोर। धन ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੀ ਅਪਾਰ ਕਿਰਪਾ ਹੋਈ ਹੈ, ਜਿਹੜਾ ਕੱਲ ਦਾ ਦਿਹਾੜਾ ਸੰਗਤ ਜੀ ਲੰਘ ਕੇ ਗਿਆ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਜਿਹਦੀ ਪਹਿਲੀ ਵਾਰ ਸੰਵਾਦਨਾ ਹੋਈ। ਆਓ ਕੁਝ ਵਿਚਾਰ ਕਰੀਏ, ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਵਾਦਨਾ ਕਰਨ ਦੀ ਲੋੜ ਪਈ। ਕਿਉਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੰਨੀ ਮਹਾਨਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ। ਤੇ ਕਿਉਂ ਸਾਨੂੰ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਭਾਈ ਅੱਜ ਤੋਂ ਬਾਅਦ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਉਂ ਇਹਨਾਂ ਤਿੰਨਾਂ ਚੀਜ਼ਾਂ ਦੀ ਲੋੜ ਅੱਜ ਸੰਗਤ ਦੇ ਵਿੱਚ ਪਈ। ਸਤਿਗੁਰੂ ਜੀ ਕਿਰਪਾ ਕਰਨ, ਆਪਣੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੋੜ ਲੈਣ। ਕੁਝ ਕਹਿਣ ਦਾ ਬਲ ਆ ਜਾਵੇ ਤੇ ਕੁਝ ਸੁਣਨ ਦਾ ਬਲ ਆ ਜਾਵੇ। ਜਿਹੜੀ ਬਾਣੀ ਧੰਨ ਗੁਰੂ ਨਾਨਕ ਮਹਾਰਾਜ ਜੀ ਉਚਾਰਨ ਕਰਦੇ ਨੇ, ਉਹ ਬਾਣੀ
ਤੇ ਜਿਹੜੀ ਬਾਣੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਉਚਾਰਨ ਕੀਤਾ, ਉਹ ਬਾਣੀ ਜਿਹੜੀ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ, ਅਤੇ ਜਿਹੜੀ ਬਾਣੀ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ, ਤੇ ਉਹਦੇ ਤੋਂ ਬਾਅਦ ਜਦੋਂ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੀ ਬਾਣੀ ਉਚਾਰਨ ਕਰਦੇ ਨੇ। ਪਰ ਜਦੋਂ ਪੰਜਵੇਂ ਪਾਤਸ਼ਾਹ ਦਾ ਸਮਾਂ ਆਉਂਦਾ ਹੈ ਤੇ ਨਾਲ ਨਾਲ ਇਤਿਹਾਸ ਦੇ ਵਿੱਚ ਤਵਾਰੀਖ ਸਾਖੀਕਾਰੀ ਵੀ ਲਿਖਦਾ ਹੈ ਕਿ ਜਿਹੜੇ ਗੁਰੂ ਨਾਨਕ ਦੀ ਗੁਰਗੱਦੀ ਸੀ, ਜਿਹੜੀ ਗੁਰੂ ਨਾਨਕ ਦੀ ਜੋਤ ਸੀ, ਉਹ ਇੱਕ ਸੇਵਾ ਤੇ ਭਾਵਨਾ ਕਮਾਉਣ ਵਾਲੇ ਭਾਈ ਲਹਿਣਾ ਜੀ ਨੂੰ ਮਿਲੀ ਹੈ, ਨਾ ਕਿ ਸਤਿਗੁਰੂ ਜੀ ਦੇ ਦੋਨਾਂ ਪੁੱਤਰਾਂ ਨੂੰ। ਦੋ ਪੁੱਤਰ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਹੋਏ, ਪਰ ਗੁਰਗੱਦੀ ਦੇ ਲਾਇਕ ਨਹੀਂ ਕੋਈ ਵੀ। ਗੁਰਗੱਦੀ ਉਹਨੂੰ ਮਿਲੀ ਹੈ ਜਿਹਨੇ ਸਤਿਗੁਰੂ ਜੀ ਦਾ ਹੁਕਮ ਕਮਾਇਆ, ਜਿਹਨੇ ਸਤਿਗੁਰੂ ਜੀ ਦੀ ਭਾਵਨਾ ਕਮਾਈ, ਭਾਈ ਲਹਿਣਾ ਜੀ ਨੇ। ਤੇ ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੀ ਜੋਤ ਬਖਸ਼ਿਸ਼ ਕੀਤੀ ਤੇ ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਹੁਣ ਗੁਰੂ ਅੰਗਦ ਦੇਵ ਮਹਾਰਾਜ ਦੇ ਘਰ ਦੇ ਵਿੱਚ ਵੀ ਪੁੱਤਰ ਨੇ, ਪਰ ਗੁਰਗੱਦੀ ਲੈਣ ਵਾਲੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ। ਤੇ ਗੁਰਗੱਦੀ ਹੁਣ ਗਈ ਕਿੱਥੇ? ਗੁਰੂ ਅੰਗਦ ਦੇਵ ਮਹਾਰਾਜ ਦੇ ਘਰ ਦੇ ਵਿੱਚੋਂ ਆਪਣੇ ਕੁਰਮਾਚਾਰੀ ਦੇ ਵਿੱਚ, ਕੁੜਮ ਦੇ ਪਾਸ, ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਧੀ ਵਿਆਹੀ ਹੋਈ ਹੈ ਨਾ, ਤੇ ਜਿਹੜੀ ਉਸ ਧੀ ਦਾ ਚਾਚਾ ਸਹੁਰਾ ਲੱਗਦਾ ਗੁਰੂ ਅਮਰਦਾਸ ਮਹਾਰਾਜ। ਤੇ ਹੁਣ ਗੁਰਗੱਦੀ ਉਹ ਚਾਚਾ ਸਹੁਰਾ ਗੁਰੂ ਅਮਰਦਾਸ ਮਹਾਰਾਜ ਲੈ ਗਏ। ਕਿਵੇਂ ਲੈ ਗਏ? ਜਦੋਂ ਉਹਨਾਂ ਨੇ ਸੁਣਿਆ ਗੁਰੂ ਨਾਨਕ ਮਹਾਰਾਜ ਜੀ ਦੇ ਕਲਾਮ, ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ, ਤੇ ਆਪਣੇ ਭਤੀਜੇ ਦੀ ਪਤਨੀ ਨੂੰ ਪੁੱਛਦੇ ਨੇ, ਕਹਿੰਦੇ ਧੀਏ ਆ ਜਿਹੜੀ ਤੂੰ ਅੰਮ੍ਰਿਤ ਵੇਲੇ ਮਧਾਣੀ ਰੜਕਣ ਲੱਗਿਆ ਬਾਣੀ ਗਾਉਂਦੀ ਐ, ਇਹ ਕਲਾਮ ਕੀਦੇ ਨੇ? ਬੜੇ ਮਨ ਨੂੰ ਸ਼ਾਂਤੀ ਪ੍ਰਗਟ ਕਰਦੇ ਨੇ, ਬੜੇ ਮਨ ਦੇ ਟਿਕਾਓ ਦੇ ਵਿੱਚ ਬੜੇ ਪਿਆਰ ਦੇ ਨਾਲ ਜਦੋਂ ਤੂੰ ਅੰਮ੍ਰਿਤ ਵੇਲੇ ਪੜ੍ਹਦੀ ਐ, ਤੇ ਬੋਲ ਕੀਦੇ ਨੇ? ਤੇ ਉਹ ਧੀ ਦੱਸਦੀ ਹੈ, ਕਹਿੰਦੀ ਪਿਤਾ ਜੀ ਇਹ ਬੋਲ ਮੇਰੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਨੇ, ਤੇ ਇਹ ਬੋਲ ਮੈਨੂੰ ਮੇਰੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਹੋਏ। ਮੈਂ ਉਸ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹਾਂ। ਕਹਿੰਦੇ ਧੀਏ ਹੁਣ ਦੇਖੋ ਬਜ਼ੁਰਗ ਅਵਸਥਾ, ਕਹਿੰਦੇ ਧੀਏ ਮੈਨੂੰ ਵੀ ਆਪਣੇ ਪਿਤਾ ਦੇ ਦਰਸ਼ਨ ਕਰਵਾ, ਮੈਂ ਵੀ ਗੁਰੂ ਨਾਨਕ ਦੀ ਬਾਣੀ ਪੜ੍ਹਨਾ ਚਾਹੁੰਦਾ। ਤੇ ਸਾਖੀਕਾਰ ਲਿਖਦਾ ਹੈ ਬੇ ਐਸੇ ਗੁਰੂ ਜੀ ਦੇ ਦਰਸ਼ਨ ਗੁਰੂ ਅੰਗਦ ਦੇਵ ਮਹਾਰਾਜ ਦੇ ਭਾਈ ਬਾਬਾ ਅਮਰਦਾਸ ਜੀ ਕਰਨ ਆਏ। ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਹੋ ਕੇ ਰਹਿ ਗਏ, ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਮਾ ਰਹੇ ਨੇ। ਅੱਜ ਤਾਂ ਦੁਨੀਆ ਦੀ ਕਹਾਵਤ ਹੈ ਵੀ ਸਹੁਰੇ ਘਰ ਜਵਾਈ ਤੇ ਭੈਣ ਘਰ ਭਾਈ, ਬਹੁਤ ਕੁਝ ਚੱਲਦਾ, ਪਰ ਇੱਕ ਭਾਈ ਉਹ ਸੀ ਧੰਨ ਗੁਰੂ ਨਾਨਕ ਮਹਾਰਾਜ ਜਿਹੜਾ ਆਪਣੇ ਭੈਣ ਦੇ ਘਰ ਦੇ ਵਿੱਚ ਰਿਹਾ। ਉਹਨੇ ਦੁਨੀਆ ਦੇ ਵਿੱਚ ਆਪਣੀ ਭੈਣ ਦਾ ਪਿੰਡ ਸੁਲਤਾਨਪੁਰ ਲੋਧੀ ਪੂਜਣ ਲਾ ਦਿੱਤਾ। ਇੱਕ ਉਹ ਜਵਾਈ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਜਿਹੜਾ ਆਪਣੇ ਸਹੁਰੇ ਘਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ 40 ਸਾਲ ਸਿਰ ਤੇ ਟੋਕਰੀ ਢਾਉਂਦਾ ਰਿਹਾ, ਸਹੁਰੇ ਘਰ ਦੇ ਵਿੱਚ ਰਹਿ ਕੇ। ਤੇ ਉਹਨੇ ਟੋਕਰੀ ਢਾਉਂਦਿਆਂ ਢਾਉਂਦਿਆਂ ਅੱਜ ਗੋਬਿੰਦਵਾਲ ਸਾਹਿਬ ਨੂੰ ਵੀ ਪੂਜਣ ਲਾ ਦਿੱਤਾ। ਤੇ ਸਾਡੀਆਂ ਸਿੱਖਾਂ ਦੀਆਂ ਕਹਾਵਤਾਂ ਕਿਹੜੀਆਂ ਨੇ? ਭੈਣ ਘਰ ਭਾਈ ਕੁੱਤਾ ਤੇ ਸਹੁਰੇ ਘਰ ਜਵਾਈ ਕੁੱਤਾ। ਕਦੇ ਇਤਿਹਾਸ ਪੜ੍ਹਿਓ ਨਹੀਂ ਭਾਈ? ਭੈਣ ਦੇ ਘਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਰਹੇ, ਉਹਨੇ ਦੁਨੀਆ ਦੇ ਵਿੱਚ ਆਪਣੀ ਭੈਣ ਦਾ ਘਰ ਪੂਜਣ ਲਾ ਦਿੱਤਾ। ਹਾਂ, ਉਹ ਜਵਾਈ ਕੁੱਤਾ ਹੈ ਜਿਹੜਾ ਪੀ ਕੇ ਸ਼ਰਾਬਾ ਆਪਣੀ ਭੈਣ ਦੇ ਘਰ ਦੇ ਵਿੱਚ ਰਹਿ ਕੇ ਵੀ ਉਹਦੀ ਇੱਜ਼ਤ ਰੋਲ ਰਿਹਾ। ਉਹ ਜਵਾਈ ਕੁੱਤਾ ਹੈ ਜਿਹੜਾ ਆਪਣੇ ਸਹੁਰੇ ਘਰ ਦੇ ਵਿੱਚ ਰਹਿ ਕੇ ਆਪਣੇ ਪਿਤਾ ਸਮਾਨ ਸਹੁਰੇ ਦੀ ਦਾੜੀ ਨੂੰ ਦਾਗ ਲਾ ਰਿਹਾ, ਉਹਦੀ ਪੱਗ ਨੂੰ ਦਾਗ ਲਾ ਰਿਹਾ। ਜਿਹੜਾ ਗੁਰਮਤਿ ਵਾਲਾ ਉਹ ਨਹੀਂ। ਰਹੋ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਾ ਕਮਾਈ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲੋਂ, ਤੇ ਗੁਰਗੱਦੀ ਆਪ ਪ੍ਰਾਪਤ ਕਰ ਗਏ। ਸੇਵਾ ਦੇ ਨਾਲ ਇਹ ਗੁਰਗੱਦੀਆਂ ਮਿਲ ਰਹੀਆਂ ਨੇ। ਤੇ ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਗੁਰਗੱਦੀ ਆ ਗਈ, ਨਾਲ ਨਾਲ ਬਾਣੀ ਵੀ ਚੱਲੀ ਜਾਂਦੀ ਹੈ, ਬਾਣੀ ਦੀ ਇਕੱਤਰਤਾ ਵੀ ਚੱਲੀ ਜਾਂਦੀ ਹੈ। ਜਿਹੜੀ ਬਾਣੀ ਗੁਰੂ ਨਾਨਕ ਮਹਾਰਾਜ ਨੇ ਗਾਈ, ਉਹ ਬਾਣੀ ਪੋਥੀਆਂ ਦੇ ਰੂਪ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਤੱਕ ਚਲੀ ਗਈ। ਜਿਹੜੀ ਅੰਗਦ ਦੇਵ ਮਹਾਰਾਜ ਨੇ ਉਚਾਰਨ ਕੀਤੀ, ਉਹ ਸਾਰੀ ਦੀ ਸਾਰੀ ਬਾਣੀ ਹੈ ਜਿਹੜੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਹੈ। ਤੇ ਗੁਰੂ ਅਮਰਦਾਸ ਦੇ ਘਰ ਦੇ ਵਿੱਚ 2 ਧੀਆਂ ਨੇ ਤੇ 2 ਪੁੱਤਰ ਨੇ। ਪਰ ਗੁਰਗੱਦੀ ਲੈਣ ਵਾਲਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਵਾਈ ਸੀ ਭਾਈ ਜੇਠਾ ਜੀ ਦੇ ਨਾਲ ਬੀਬੀ ਭਾਨੀ ਵਿਆਹੀ ਸੀ।
ਉਹਨੇ 40 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ, ਤੇ ਗੁਰਗੱਦੀ ਗੁਰੂ ਨਾਨਕ ਦੀ ਜੋਤ ਭਾਈ ਜੇਠਾ ਜੀ ਨੇ ਪ੍ਰਾਪਤ ਕਰ ਲਈ। ਤੇ ਦੁਨੀਆ ਨੇ ਉਹਨੂੰ ਕਿਸ ਨਾਮ ਦੇ ਨਾਲ ਜਾਣਿਆ? ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਦੁਨੀਆ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦੇ ਨਾਲ ਉਹਨੂੰ ਜਾਣਨ ਲੱਗੀ। ਤੇ ਉਹ ਗੁਰਗੱਦੀ, ਉਹ ਬਾਣੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲੋਂ ਉਹ ਪੁੱਤਰਾਂ ਦੇ ਵਿੱਚ ਨਹੀਂ ਗਈ, ਉਹ ਉਸ ਘਰ ਦੇ ਖੂਨ ਦੇ ਵਿੱਚ ਨਹੀਂ ਰਹੀ। ਉਹ ਗੁਰਗੱਦੀ ਅੱਜ ਚਲੀ ਗਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਦੋਂ ਵਿਆਹ ਹੋ ਗਿਆ, ਘਰ ਦੇ ਵਿੱਚ ਇੱਕ ਛੋਟਾ ਜਿਹਾ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਹੈ ਗੁਰੂ ਅਰਜਨ ਦੇਵ ਮਹਾਰਾਜ। ਅਜੇ ਗੁਰਗੱਦੀ ਨਹੀਂ ਮਿਲੀ, ਅਜੇ ਬਚਪਨ ਦੀ ਉਮਰ ਹੈ। ਤੇ ਆਪਣੀ ਮਾਂ ਮਾਤਾ ਭਾਨੀ ਜੀ ਦੇ ਨਾਲ ਜਦੋਂ ਨਾਨਕੇ ਪਿੰਡ ਬਾਸਰ ਕੇ ਆਉਂਦਾ ਹੈ ਨਾ, ਤੇ ਜਿਸ ਤਖਤ ਦੇ ਉੱਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਿਰਾਜਮਾਨ ਹੁੰਦੇ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਦੀ ਅਵਸਥਾ ਹੈ, ਬਚਪਨ ਦੀ ਅਵਸਥਾ ਦੇ ਵਿੱਚ ਉਸ ਤਖਤ ਦੇ ਵੱਲ ਨੂੰ ਭੱਜਦੇ ਨੇ। ਤੇ ਬੀਬੀ ਭਾਨੀ ਬਾਰ-ਬਾਰ ਰੋਕਦੀ ਹੈ, ਕਹਿੰਦੀ ਪੁੱਤਰਾ ਇਹ ਤਖਤ ਗੁਰੂ ਨਾਨਕ ਦੇ ਘਰ ਦਾ ਤਖਤ ਹੈ, ਇੱਥੇ ਕੋਈ ਬੰਦਗੀ ਵਾਲਾ ਬੈਠ ਸਕਦਾ ਹੈ, ਇੱਥੇ ਕੋਈ ਨਾਮ ਦੇ ਨਾਲ ਰੰਗਿਆ ਹੋਇਆ ਬੈਠ ਸਕਦਾ। ਪੁੱਤਰਾ ਜੇ ਤੇਰਾ ਸਮਾਂ ਨਹੀਂ ਆਇਆ। ਕਹਿੰਦੇ ਇੰਨੇ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸਜੇ ਦੀਵਾਨ ਦੇ ਵਿੱਚ ਆਏ, ਪੁੱਛਦੇ ਨੇ ਧੀਏ ਅੱਜ ਸਾਡਾ ਜਿਹੜਾ ਦੋਹਤਾ ਗੁਰੂ ਅਰਜਨ ਦੇਵ ਹੈ ਇਹ ਕਿਉਂ ਰੋ ਰਿਹਾ, ਕਿਉਂ ਜਿੱਦ ਕਰ ਰਿਹਾ ਹੈ? ਤੇ ਧੀ ਬੀਬੀ ਭਾਨੀ ਦੱਸਦੀ ਹੈ, ਕਹਿੰਦੀ ਪਿਤਾ ਜੀ ਇਹ ਤੁਹਾਡੇ ਜਿਹੜੇ ਤਖਤ ਨੇ ਜਿੱਥੇ ਤੁਸੀਂ ਸਜਣਾ ਹੈ ਨਾ ਦੀਵਾਨ ਦੇ ਵਿੱਚ, ਇਸ ਤਖਤ ਦੇ ਉੱਤੇ ਬਹਿਣ ਨੂੰ ਭੱਜਦਾ ਹੈ। ਆਖੋ ਸਤਿਨਾਮ। ਤੇ ਗੁਰੂ ਅਮਰਦਾਸ ਮਹਾਰਾਜ ਬੜੇ ਖੁਸ਼ ਹੋਏ, ਜਾਣ ਗਏ ਵੀ ਹੁਣ ਤਖਤ ਦੇ ਲਾਇਕ ਤਖਤ ਬਹਿ ਤਖਤੇ ਕੈ ਲਾਇਕ। ਜਿਹੜਾ ਤਖਤ ਦੇ ਬਹਿਣ ਦੇ ਲਾਇਕ ਆ ਨਾ, ਉਹ ਅੱਜ ਗੁਰੂ ਅਮਰਦਾਸ ਮਹਾਰਾਜ ਨੂੰ ਲੱਭ ਗਿਆ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਦੋਤੇ ਨੂੰ ਇਹ ਵਰ ਦੇ ਦਿੱਤਾ, ਕਹਿੰਦੇ ਦੋਤਾ ਬਾਣੀ ਕਾ ਬੋਹਿਥਾ। ਆਖੋ ਸਤਿਨਾਮ। ਇਹ ਦੋਤਾ ਨਹੀਂ, ਇਹ ਬਾਣੀ ਕਾ ਬੋਹਿਥਾ ਹੋਵੇਗਾ। ਇਹ ਵਰ ਤੀਸਰੀ ਪਾਤਸ਼ਾਹੀ ਨੂੰ ਮਿਲ ਗਿਆ ਤੇ ਹੁਕਮ ਕਰਤਾ, ਕਹਿੰਦਾ ਪੁੱਤਰਾ ਸਾਡੇ ਤੋਂ ਬਾਅਦ ਗੁਰਗੱਦੀ ਤੇਰੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਜਾਵੇਗੀ, ਤੇ ਉਹਦੇ ਤੋਂ ਬਾਅਦ ਇਹ ਗੁਰਗੱਦੀ ਦਾ ਮਾਲਕ ਤੂੰ ਹੋਵੇਂਗਾ। ਆਖੋ ਸਤਿਨਾਮ। ਤੇ ਬਚਨ ਕਰ ਦਿੱਤਾ ਬਾਣੀ ਕਾ ਬੋਹਿਥਾ, ਬਾਣੀ ਦਾ ਸਮੁੰਦਰ। ਤੇ ਬਾਣੀ ਦੇ ਸਮੁੰਦਰ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਬਣ ਵੀ ਗਏ। ਇਹ ਬਚਨ ਤੀਜੇ ਪਾਤਸ਼ਾਹ ਵੇਲੇ ਹੋਇਆ, ਤੇ ਇਹ ਬਚਨ ਅੱਜ ਕਮਾਇਆ ਪੰਜਵੇਂ ਜਾਮੇ ਦੇ ਵਿੱਚ ਜਾ ਕੇ, ਜਦੋਂ ਸਤਿਗੁਰ ਜੀ ਦਾ ਹੀ ਸਕਾ ਭਾਈ ਪਿਰਥੀ ਚੰਦ ਹੈ, ਜਿਹੜਾ ਨਾਮ ਤਾਂ ਗੁਰੂ ਨਾਨਕ ਮਹਾਰਾਜ ਦਾ ਵਰਤਦਾ ਹੈ, ਪਰ ਬਾਣੀ ਦੇ ਵਿੱਚ ਸਿਫਤ ਆਪਣੀ ਲਿਖਦਾ ਹੈ। ਮਿਹਰਬਾਨ ਪ੍ਰਿਥੀਏ ਕਾ ਪੁੱਤਰ ਮਿਹਰਬਾਨ ਕਵਿਸ਼ਰੀ ਕਰੈ। ਤੇ ਉਹ ਕਵਿਸ਼ਰੀ ਕਰਨ ਦੇ ਵਿੱਚ ਆਪਣੀ ਵਡਿਆਈ ਲਿਖਦਾ ਹੈ। ਤੇ ਅਖੀਰ ਦੇ ਵਿੱਚ ਲਿਖਦਾ ਹੈ, ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਭੋਗ ਗੁਰੂ ਨਾਨਕ ਜੀ ਕਾ ਹੀ ਪਾਈ। ਉਹਨੇ ਜਿਵੇਂ ਬਾਕੀ ਬਾਣੀ ਦੇ ਵਿੱਚ ਗੁਰੂ ਨਾਨਕ ਮਹਾਰਾਜ ਦਾ ਨਾਮ ਅਖੀਰ ਵਿੱਚ ਆਉਂਦਾ ਹੈ, ਇਸੇ ਤਰ੍ਹਾਂ ਆਪਣੀ ਜਿਹੜੀ ਕਵਿਤਾ ਲਿਖਣੀ ਹੈ ਉਹਦੇ 'ਚ ਵਡਿਆਈ ਆਪਣੀ ਲਿਖ ਲੈਣੀ, ਤੇ ਅਖੀਰ ਦੇ ਉੱਤੇ ਸੰਗਤ ਨੂੰ ਭੁਲੇਖਾ ਨਾ ਪਵੇ ਉਹਨੇ ਨਾਨਕ ਨਾਮ ਲਿਖ ਦੇਣਾ। ਤੇ ਗੁਰੂ ਅਰਜਨ ਦੇਵ ਮਹਾਰਾਜ ਇਸ ਗੱਲੋਂ ਬੜੇ ਦੁਖੀ ਨੇ ਕਿ ਸੰਗਤਾਂ ਦੇ ਵਿੱਚ ਕੱਚੀ ਬਾਣੀ ਜਾ ਰਹੀ ਹੈ। ਸੰਗਤਾਂ ਇਹਦੀ ਬਾਣੀ ਪੜ੍ਹ ਰਹੀਆਂ ਨੇ, ਪਰ ਜਿਹੜੀ ਅਸਲ ਦੇ ਵਿੱਚ ਬਾਣੀ ਆ ਸੰਗਤਾਂ ਨੂੰ ਪਤਾ ਨਹੀਂ ਚੱਲ ਰਿਹਾ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਭਾਈ ਗੁਰਦਾਸ ਜੀ ਨੂੰ ਸੱਦਿਆ, ਗੁਰੂ ਘਰ ਦੇ ਵੇਦ ਵਿਆਸ ਬਾਬਾ ਬੁੱਢਾ ਸਾਹਿਬ ਨੂੰ ਸੱਦਿਆ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਆ ਜੋ ਕਰਮ ਅੱਜ ਸਾਡਾ ਭਾਈ ਕਰ ਰਿਹਾ ਹੈ, ਜਿਹੜੀ ਕੱਚੀ ਬਾਣੀ ਲਿਖੀ ਜਾ ਰਹੀ ਹੈ ਤੇ ਸੰਗਤਾਂ ਦੀ ਝੋਲੀ ਦੇ ਵਿੱਚ ਪਾਈ ਜਾ ਰਹੀ ਹੈ, ਸੰਗਤ ਦਾ ਉਹਦੇ ਨਾਲ ਭਲਾ ਨਹੀਂ ਹੋ ਸਕਦਾ। ਹੁਣ ਸਮਾਂ ਇਹ ਆ ਗਿਆ, ਸਾਨੂੰ ਇੱਕ ਆਦਿ ਗ੍ਰੰਥ ਤਿਆਰ ਕਰਨਾ ਪਵੇਗਾ, ਇੱਕ ਪੋਥੀ ਤਿਆਰ ਕਰਨੀ ਪਵੇਗੀ। ਉਹ ਪੋਥੀ ਦੇ ਲਈ ਸਾਨੂੰ ਜਿਹੜੀ ਹੈ ਬਾਣੀ ਇਕੱਤਰ ਕਰਨੀ ਪੈਣੀ। ਸੇਵਾ ਲੱਗੀ ਭਾਈ ਗੁਰਦਾਸ ਜੀ ਦੀ, ਤੇ ਭਾਈ ਗੁਰਦਾਸ ਜੀ ਨੂੰ ਬਚਨ ਕੀਤਾ, ਕਹਿਣ ਲੱਗੇ ਭਾਈ ਗੁਰਦਾਸ ਜੀ, ਸਾਡੇ ਪਿਤਾ ਪੁਰਖਿਆਂ ਦੀ ਜਿਹੜੀ ਬਾਣੀ ਹੈ ਨਾ ਲਿਖੀ ਪਈ, ਜਿਹੜੀ ਗੁਰੂ ਨਾਨਕ ਮਹਾਰਾਜ ਦੀ, ਗੁਰੂ ਅੰਗਦ ਦੇਵ ਮਹਾਰਾਜ ਦੀ, ਗੁਰੂ ਅਮਰਦਾਸ ਮਹਾਰਾਜ ਦੀ, ਧੰਨ ਗੁਰੂ ਰਾਮਦਾਸ ਮਹਾਰਾਜ ਦੀ, ਚਾਰ ਪਾਤਸ਼ਾਹੀਆਂ ਦੀ ਬਾਣੀ ਹੈ ਨਾ, ਕਹਿੰਦੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰ ਬਾਬਾ ਮੋਹਣ ਜੀ ਦੇ ਕੋਲ ਪਈ ਹੈ। ਵੀ ਤੁਸੀਂ ਏਦਾਂ ਕਰੋ, ਗੋਬਿੰਦਵਾਲ ਸਾਹਿਬ ਦੇ ਵਿੱਚ ਜਾਓ,
ਤੇ ਉਹ ਸਾਰੀ ਬਾਣੀ ਦੀ ਮੰਗ ਕਰਕੇ ਉਹ ਬਾਣੀ ਦੀ ਪੋਥੀ ਲੈ ਕੇ ਆਓ, ਉਹਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਹੁਣ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਤੁਰੇ ਜਾ ਰਹੇ ਨੇ, ਗੋਬਿੰਦਵਾਲ ਸਾਹਿਬ ਪਹੁੰਚੇ। ਉਸ ਚੁਬਾਰਾ ਸਾਹਿਬ ਗੁਰਦੁਆਰੇ ਦੇ ਵਿੱਚ ਜਿੱਥੇ ਬਾਬਾ ਮੋਹਨ ਜੀ ਸਮਾਧੀ ਲਾ ਕੇ ਬੈਠੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਸਪੁੱਤਰ, ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਦੇ ਨੇ, ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਦੀਆਂ ਪੋਥੀਆਂ ਮੰਗਾਈਆਂ, ਕਿਰਪਾ ਕਰੋ ਦੇ ਦਿਓ। ਤੇ ਬਾਬਾ ਮੋਹਨ ਜੀ ਬੜੇ ਗੁੱਸੇ ਦੇ ਵਿੱਚ ਆਏ, ਕਹਿਣ ਲੱਗੇ ਵੀ ਮੈਂ ਨਹੀਂ ਦੇ ਸਕਦਾ। ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਕਹਿ ਦਿਓ ਵੀ ਪਹਿਲਾਂ ਤਾਂ ਤੁਸੀਂ ਜਪ ਤਪ ਦੇ ਨਾਲ ਸਾਡੀ ਭੱਲਿਆਂ ਦੀ ਕੁੱਲ ਦੀ ਗੁਰਗੱਦੀ ਖੋਹ ਲਈ, ਕਿਉਂਕਿ ਜਿਹੜੀ ਗੁਰਗੱਦੀ ਗੁਰੂ ਅਮਰਦਾਸ ਮਹਾਰਾਜ ਦੇ ਕੋਲੋਂ ਸੀ ਉਹ ਸੋਢੀ ਕੁੱਲ ਦੇ ਵਿੱਚ ਉਦੋਂ ਗਈ ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਗੱਦੀ ਮਿਲੀ ਹੈ। ਕਹਿੰਦੇ ਪਹਿਲਾਂ ਤਾਂ ਜਪ ਤਪ ਦੇ ਨਾਲ ਸਾਡੇ ਕੋਲੋਂ ਤੁਸੀਂ ਗੁਰਗੱਦੀ ਖੋਹ ਲਈ, ਤੇ ਹੁਣ ਸਾਡੇ ਪਿਤਾ ਪੁਰਖਿਆਂ ਦੀ ਬਾਣੀ ਵੀ ਖੋਹਣਾ ਚਾਹੁੰਦੇ ਹੋ, ਅਸੀਂ ਕਿੱਥੇ ਜੀਵਾਂਗੇ। ਤੇ ਬਾਬਾ ਮੋਹਨ ਜੀ ਨੇ ਉਹ ਬਾਣੀ ਦੀਆਂ ਪੋਥੀਆਂ ਨਹੀਂ ਦਿੱਤੀਆਂ, ਵਾਪਸ ਆ ਗਏ। ਆ ਕੇ ਬੇਨਤੀ ਕਰਦੇ ਨੇ, ਪਾਤਸ਼ਾਹ ਬਾਬਾ ਮੋਹਨ ਜੀ ਉਹ ਸਾਰੀਆਂ ਪੋਥੀਆਂ ਦੇਣ ਤੋਂ ਇਨਕਾਰ ਹੋ ਗਏ, ਇਨਕਾਰੀ ਹੋ ਗਏ, ਕਹਿੰਦੇ ਨਹੀਂ ਦੇ ਸਕਦੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਆਪ ਚੱਲੇ, ਨਾਲ ਸਿੱਖ ਤੁਰੇ ਨੇ। ਜਦੋਂ ਗੋਬਿੰਦਵਾਲ ਸਾਹਿਬ ਵਿਖੇ ਪਹੁੰਚੇ ਨੇ ਨਾ, ਜਾ ਕੇ ਤੱਕਦੇ ਨੇ ਚੁਬਾਰੇ ਦਾ ਦਰਵਾਜ਼ਾ ਵੀ ਬੰਦ ਹੈ, ਆਵਾਜ਼ ਤਾਂ ਮਾਰਦੇ ਨੇ ਪਰ ਸੁਣਦਾ ਕੋਈ ਨਹੀਂ। ਤੇ ਸਤਿਗੁਰੂ ਜੀ ਨੇ ਫਿਰ ਬਾਣੀ ਉੱਥੇ ਉਚਾਰਨ ਕੀਤੀ, ਗੌੜੀ ਮਹੱਲਾ ਪੰਜਵਾ। ਤੇ ਸਤਿਗੁਰੂ ਜੀ ਬਾਣੀ ਉਚਾਰਨ ਕਰ ਰਹੇ ਨੇ, ਕਹਿੰਦੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਹੁਣ ਮੋਹਨ ਇੱਕ ਨਾਮ ਦਾ ਬਾਬਾ ਮੋਹਨ ਜੀ ਦਾ ਹੋ ਗਿਆ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਹੜੀ ਬਾਣੀ ਉਚਾਰ ਰਹੇ ਨੇ, ਉਹਦੇ ਵਿੱਚ ਮੋਹਨ ਸ਼ਬਦ ਅਕਾਲ ਪੁਰਖ ਦੇ ਲਈ ਹੈ, ਪਰ ਸੰਬੋਧਿਤ ਮਨ ਵਿਨਣਾ ਬਾਬਾ ਮੋਹਨ ਜੀ ਦਾ ਚਾਹੁੰਦੇ ਨੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਨ ਦਰਬਾਰ ਜੀਓ ਸੰਤ ਧਰਮਸ਼ਾਲਾ। ਕਹਿੰਦੇ ਮੋਹਨ ਆ ਤੇਰਾ ਜਿਹੜਾ ਚੁਬਾਰਾ ਹੈ ਬੜਾ ਉੱਚਾ ਹੈ, ਬੜਾ ਸੁੰਦਰ ਹੈ, ਬੜਾ ਮਹਿਲ ਅਪਾਰਾ ਹੈ, ਤੇ ਤੇਰੇ ਮਹਿਲ ਦੇ ਅੱਗੇ ਸੋਹਨ ਸੰਤ ਦਰਬਾਰ ਧਰਮਸ਼ਾਲਾ। ਕਹਿੰਦੇ ਤੇਰੇ ਮਹਿਲ ਦੇ ਅੱਗੇ ਇੱਕ ਧਰਮਸ਼ਾਲਾ ਜਿਹਦੇ ਵਿੱਚ ਸੰਤ ਜਨ ਬੈਠੇ ਨੇ, ਜਿਹਦੇ ਵਿੱਚ ਸੰਗਤਾਂ ਬੈਠੀਆਂ ਨੇ। ਬਾਬਾ ਮੋਹਨ ਜੀ ਕਿਰਪਾ ਕਰੋ। ਤੇ ਉਹ ਅਕਾਲ ਪੁਰਖ ਜਿਹੜਾ ਮੋਹਨ ਪ੍ਰਮਾਤਮਾ ਜੀ, ਕਿਤੇ ਉਹਨੂੰ ਬੇਨਤੀ ਕੀਤੀ ਹੁੰਦੀ ਤਾਂ ਉਹਨੇ ਇਸ ਧਰਮਸ਼ਾਲਾ ਦੇ ਵਿੱਚ ਆਉਣਾ ਸੀ। ਇਹ ਬਾਬਾ ਮੋਹਨ ਜੀ ਕੱਲਾ ਮੋਹਨ ਨਾਮ ਲਿਖਾ ਕੇ ਕੰਮ ਨਹੀਂ ਬਣਨਾ, ਉਹਦੇ ਵਰਗਾ ਬਣਨਾ ਵੀ ਪੈਣਾ। ਆਖੋ ਸਤਿਨਾਮ। ਹੁਣ ਜਦੋਂ ਆ ਬਚਨ ਬਾਬਾ ਮੋਹਨ ਜੀ ਸੁਣਦੇ ਨੇ ਵੀ ਅਕਾਲ ਪੁਰਖ ਦੀ ਸਿਫਤ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਨੇ, ਉਹ ਦੱਸ ਰਹੇ ਨੇ ਵੀ ਜਿਹੜਾ ਮੋਹਨ ਹੁੰਦਾ ਹੈ, ਅਕਾਲ ਪੁਰਖ ਜੀ ਦਾ ਨਾਮ, ਉਹਦਾ ਨਾਮ ਮੋਹਨ ਹੈ, ਉਹ ਤਾਂ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ, ਪਰ ਉਹਦੇ ਵਰਗਾ ਅਕਾਲ ਪੁਰਖ ਵਰਗਾ ਨਾਮ ਲਿਖਾ ਕੇ ਮੋਹਨ ਨਹੀਂ ਬਣਿਆ ਜਾਣਾ। ਹੁਣ ਮਨ ਤੇ ਠੋਕਰ ਵੱਜ ਗਈ, ਇੱਕਦਮ ਬਾਹਰ ਆਏ। ਜਦੋਂ ਬਾਹਰ ਆਏ ਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਵੱਡਿਆਂ ਜਾਣ ਕੇ, ਬਜ਼ੁਰਗਾਂ ਦੇ ਸਮਾਨ ਜਾਣ ਕੇ ਲੰਮੇ ਪੈ ਕੇ ਚਰਨਾਂ ਦੇ ਉੱਤੇ ਡੰਡੌਤ ਕੀਤੀ ਬਾਬਾ ਮੋਹਨ ਜੀ ਤੇ। ਉੱਠ ਕੇ ਖੜੇ ਹੋਏ, ਹੱਥ ਜੋੜ ਲਏ, ਕਹਿੰਦੇ ਕਿਰਪਾ ਕਰੋ ਮਹਾਪੁਰਸ਼ੋ, ਮੈਂ ਬਾਣੀ ਦੀਆਂ ਪੋਥੀਆਂ ਲੈਣ ਦੇ ਲਈ ਆਇਆ। ਮੈਂ ਬਾਣੀ ਨੂੰ ਇਕੱਤਰ ਕਰਕੇ ਇੱਕ ਗ੍ਰੰਥ ਤਿਆਰ ਕਰਾਂਗਾ। ਉਹ ਗ੍ਰੰਥ ਇਸ ਸਿੱਖਾਂ ਨੂੰ, ਇਹ ਦੁਨੀਆ ਨੂੰ ਸੇਧ ਦਿਆ ਕਰੇਗਾ। ਤੇ ਬਾਬਾ ਮੋਹਨ ਜੀ ਫੇਰ ਗੁੱਸਾ ਕਰਦੇ ਨੇ, ਫੇਰ ਗਿਲਾ ਕਰਦੇ ਨੇ, ਕਹਿੰਦੇ ਕਿਵੇਂ ਦੇ ਦਿਆਂ? ਪਹਿਲਾਂ ਜਪ ਤਪ ਕਰਕੇ ਸਭ ਕੁਝ ਖੋਹ ਲਿਆ, ਗੁਰਗੱਦੀ ਖੋਹ ਲਈ ਭੱਲਿਆਂ ਦੀ ਕੁੱਲ ਦੇ ਵਿੱਚੋਂ, ਤੇ ਹੁਣ ਪੋਥੀਆਂ ਵੀ ਗੁਰੂ ਦੀ ਖੋਹਣੀ ਚਾਹੁੰਦੇ ਹੋ। ਸਾਡੇ ਪਿਤਾ ਪੁਰਖਿਆਂ ਦੀ ਯਾਦ ਹੈ, ਪਰ ਕਿਵੇਂ ਨਾ ਕਿਵੇਂ ਕਰਕੇ ਨਿਮਰਤਾ ਦੇ ਵਿੱਚ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਪੋਥੀਆਂ ਪ੍ਰਾਪਤ ਕਰ ਲਈਆਂ। ਜਦੋਂ ਪ੍ਰਾਪਤ ਕੀਤੀਆਂ ਨਾ, 3 ਦਿਨ ਪਾਤਸ਼ਾਹ ਰਹੇ। ਤੇ ਬਾਬਾ ਮੋਹਨ ਜੀ ਇੱਕ ਦਿਨ ਕਹਿਣ ਲੱਗੇ, ਕਹਿੰਦੇ ਗੁਰੂ ਅਰਜਨ ਜੀ, ਐਵੇਂ ਨਹੀਂ ਤੁਹਾਡੇ ਘਰ ਦੇ ਵਿੱਚ ਗੁਰਗੱਦੀ ਗੁਰੂ ਨਾਨਕ ਦੀ ਜੋਤ ਚਲੇ ਗਈ। ਆ ਤੁਹਾਡੀ ਸੇਵਾ ਤੇ ਤੁਹਾਡੀ ਨਿਮਰਤਾ ਨੇ ਗੁਰੂ ਨਾਨਕ ਦੀ ਜੋਤ ਨੂੰ ਖੋਹ ਲਿਆ ਸਾਡੇ ਕੋਲ। ਇੰਨੀ ਨਿਮਰਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੀ। ਸ਼ਾਂਤੀ ਦੇ ਪੁੰਜ ਐਵੇਂ ਨਹੀਂ ਦੁਨੀਆ ਆਖਦੀ। ਕਦੇ ਤਤੀਆਂ ਤਵੀਆਂ ਤੇ ਬੈਠ ਕੇ ਵੀ ਜਿਹੜਾ ਗੁਰੂ ਗਾ ਗਿਆ, ਤੇਰਾ ਭਾਣਾ ਮੀਠਾ ਲੱਗੈ,
ਉਹ ਅੱਜ ਗੁਰੂ ਦੀ ਬਾਣੀ ਇਕੱਤਰ ਕਰਨ ਲੱਗਿਆ ਕਿਵੇਂ ਉਸ ਬਾਬਾ ਮੋਹਨ ਜੀ ਦੇ ਬਚਨਾਂ ਦਾ ਗੁੱਸਾ ਕਰ ਦਿੰਦੇ। ਬੜਾ ਗੁੱਸਾ ਹੋਏ ਨੇ, ਪਰ ਗੁੱਸਾ ਨਹੀਂ ਕੀਤਾ, ਨਿਮਰਤਾ ਦੇ ਵਿੱਚ ਲੈ ਕੇ ਪੋਥੀਆਂ ਲੈ ਗਏ। ਤੇ ਬਾਬਾ ਮੋਹਨ ਜੀ ਵੀ ਕਹਿਣ ਲੱਗੇ, ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ, ਆ ਤੁਹਾਡੀ ਨਿਮਰਤਾ ਹੀ, ਤੁਹਾਡੀ ਸੇਵਾ ਹੀ ਗੁਰੂ ਨਾਨਕ ਦੀ ਜੋਤ ਨੂੰ ਪ੍ਰਾਪਤ ਕਰੀ ਬੈਠੀ ਆ। ਤੇ ਹੱਸ ਕੇ ਜਿਹੜੀਆਂ ਪੋਥੀਆਂ ਦੇਤੀਆਂ। ਤੇ ਭਾਈ ਗੁਰਦਾਸ ਜੀ ਨੂੰ ਸੁਨੇਹਾ ਭੇਜਿਆ, ਕਹਿੰਦੇ ਅੰਮ੍ਰਿਤਸਰ ਤੋਂ ਕੁਝ ਸਿੱਖ ਲੈ ਕੇ ਆਓ, ਇੱਕ ਪਾਲਕੀ ਤਿਆਰ ਕਰਵਾ ਕੇ ਲੈ ਕੇ ਆਓ। ਤੇ ਅੱਜ ਪਾਲਕੀ ਦੇ ਵਿੱਚ ਉਹ ਸਾਰੀਆਂ ਪੋਥੀਆਂ ਜਿਹੜੀਆਂ ਗੁਰੂ ਨਾਨਕ ਮਹਾਰਾਜ ਵੇਲੇ ਤੋਂ ਲੈ ਕੇ ਗੁਰੂ ਅਮਰਦਾਸ ਵੇਲੇ ਤੱਕ ਦੀਆਂ ਜਿੰਨੀ ਬਾਣੀ ਸੀ, ਉਹ ਸਾਰੀ ਦੀ ਸਾਰੀ ਬਾਣੀ ਪੋਥੀ ਦੇ ਰੂਪ ਦੇ ਵਿੱਚ ਇੱਕ ਪਾਲਕੀ ਦੇ ਵਿੱਚ ਸਜਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੋਬਿੰਦਵਾਲ ਸਾਹਿਬ ਤੋਂ ਨੰਗੇ ਪੈਰੀ ਉਹਨਾਂ ਪੋਥੀਆਂ ਦੇ ਉੱਤੇ ਚੌਰ ਸਾਹਿਬ ਦੀ ਸੇਵਾ ਕਰਦੇ ਅੱਜ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਨੇ। ਤੇ ਸੰਗਤਾਂ ਪਿਆਰ ਦੇ ਵਿੱਚ ਗਾ ਰਹੀਆਂ ਨੇ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ, ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ। ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਇਦਾਂ ਸੰਗਤਾਂ ਸ਼ਬਦ ਪੜ੍ਹਦੀਆਂ ਅੰਮ੍ਰਿਤਸਰ ਪਹੁੰਚ ਗਈਆਂ। ਤੇ ਜਿੱਥੇ ਗੁਰਦੁਆਰਾ ਹੈ, ਗੁਰਦੁਆਰਾ ਰਾਮਸਰ ਸਾਹਿਬ, ਉੱਥੇ ਸੰਘਣਾ ਜੰਗਲ ਸੀ। ਜੰਗਲ ਦੇ ਵਿੱਚ ਇੱਕ ਢਾਬ ਸੀ ਜਿੱਥੇ ਪਾਣੀ ਦਾ ਪ੍ਰਬੰਧ ਸੀ। ਢਾਬ ਜਿਵੇਂ ਇੱਕ ਛੱਪੜ ਦਾ ਰੂਪ ਕਹਿ ਲਈਏ, ਇੱਕ ਸਰੋਵਰ, ਇੱਕ ਪਾਣੀ ਇਕੱਠਾ ਕੀਤੀ ਹੋਈ ਜਗ੍ਹਾ ਨੂੰ ਢਾਬ ਆਖਿਆ ਜਾਂਦਾ ਹੈ। ਉਹਦੇ ਕਿਨਾਰੇ ਗੁਰੂ ਅਰਜਨ ਦੇਵ ਮਹਾਰਾਜ ਨੇ ਤੰਬੂ ਲਵਾ ਲਿਆ ਤੇ ਸਾਰੀ ਜਿਹੜੀ ਬਾਣੀ ਹੈ ਉਹਦੇ ਵਿੱਚ ਲਿਜਾ ਕੇ ਰੱਖ ਲਈ। ਤੇ ਅਗਲੇ ਦਿਨ ਤੋਂ ਇੱਕ ਕੰਮ ਸ਼ੁਰੂ ਹੋਇਆ। ਕਹਿੰਦੇ ਭਾਈ ਗੁਰਦਾਸ ਜੀ ਦੀ ਸੇਵਾ ਲਾਤੀ। ਭਾਈ ਗੁਰਦਾਸ ਜੀ, ਤੁਸੀਂ ਇਸ ਬਾਣੀ ਨੂੰ ਸਾਫ਼ ਕੋਰੇ ਕਾਗਜ਼ਾਂ ਦੇ ਉੱਤੇ ਰਾਗਬੱਧ ਕਰਕੇ ਲਿਖਣਾ। ਤੇ ਗੁਰੂ ਅਰਜਨ ਦੇਵ ਮਹਾਰਾਜ ਲਿਖਾਈ ਜਾ ਰਹੇ ਨੇ। ਤੇ ਏਡੀ ਕਮਾਲ ਗੁਰੂ ਅਰਜਨ ਦੇਵ ਮਹਾਰਾਜ ਉਸ ਬਾਣੀ ਦੇ ਵਿੱਚ ਕਰ ਗਏ। ਏਡੀ ਤਰਤੀਬ ਦੇ ਨਾਲ ਉਹ ਬਾਣੀ ਲਿਖ ਗਏ, ਜਿਹਦੇ ਵਿੱਚ 5 ਗੁਰੂ ਸਾਹਿਬਾਨਾਂ ਦੀ ਬਾਣੀ ਲਿਖੀ, 11 ਭੱਟ ਸਾਹਿਬਾਨਾਂ ਦੀ ਬਾਣੀ ਲਿਖੀ, 15 ਭਗਤਾਂ ਦੀ ਬਾਣੀ ਲਿਖੀ। ਤੇ ਉਹ 15 ਭਗਤ ਉਹ ਸਨ ਜਿਨ੍ਹਾਂ ਦੀ ਬਾਣੀ ਅਕਾਲ ਪੁਰਖ ਨੂੰ ਤੂੰ ਤੂੰ ਕਹਿ ਕੇ ਆਵਾਜ਼ਾਂ ਮਾਰਦੀ ਸੀ, ਜਿਨ੍ਹਾਂ ਦੀ ਬਾਣੀ ਅਕਾਲ ਪੁਰਖ ਦੀ ਸਿਫਤ ਕਰਦੀ ਸੀ। ਭਗਤ ਤਾਂ ਹੋਰ ਵੀ ਬੜੇ ਆਏ, ਪਰ ਜਿਨ੍ਹਾਂ ਦੀ ਬਾਣੀ ਅਕਾਲ ਪੁਰਖ ਦੀ ਸਿਫਤ ਕਰਦੀ ਸੀ, ਉਹਨਾਂ ਭਗਤਾਂ ਦੀ ਬਾਣੀ ਨੂੰ ਮਾਂ ਜੀ ਨੇ ਵਡਿਆਈ ਦਿੱਤੀ ਮਹਾਰਾਜ ਨੇ। ਤੇ ਲਿਖਣ ਲੱਗਿਆ ਏਡੀ ਕਮਾਲ ਦੀ ਤਰਤੀਬ ਵਰਤ ਦਿੱਤੀ। ਗੁਰੂ ਅਰਜਨ ਦੇਵ ਮਹਾਰਾਜ ਜਾਣਦੇ ਸੀ ਵੀ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਾਣੀ ਦੇ ਵਿੱਚ ਫੇਰ ਬਦਲ ਕਿਵੇਂ ਹੋਣਾ। ਕਦੇ ਦਰਸ਼ਨ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਜਿੱਥੋਂ ਬਾਣੀ ਸ਼ੁਰੂ ਹੁੰਦੀ ਹੈ ਨਾ, ਉਹਦੇ ਤੋਂ ਪਹਿਲਾਂ ਜਿਹੜੇ 14 ਅੰਗ ਨੇ ਉਹ ਨੇ ਤਤਕਰਾ, ਜਿਹਦੇ ਵਿੱਚ ਲਿਖਿਆ ਗਿਆ ਜਪ ਜੀ ਸਾਹਿਬ ਇੰਨੇ ਅੰਗ ਤੇ, ਸੁਖਮਨੀ ਸਾਹਿਬ ਇੰਨੇ ਅੰਗ ਤੇ ਆ, ਲਾਵਾਂ ਦਾ ਜਾਪ ਇੰਨੇ ਅੰਗ ਤੇ ਆ। ਇਹ ਤਤਕਰਾ 14 ਅੰਗਾਂ ਦੇ ਵਿੱਚ ਲਿਖਿਆ ਗਿਆ। ਉਹਦੇ ਤੋਂ ਬਾਅਦ ਬਾਣੀ ਸ਼ੁਰੂ ਹੁੰਦੀ ਹੈ ਜਪ ਜੀ ਸਾਹਿਬ ਦੀ। ਤੇ ਉਥੋਂ ਫੇਰ ਉਹਨਾਂ ਪੱਤਰਿਆਂ ਦੀ, ਉਹਨਾਂ ਪੰਨਿਆਂ ਦੀ ਤੇ ਉਹਨਾਂ ਅੰਗਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ। ਤੇ ਕਮਾਲ ਦੀ ਤਰਤੀਬ ਗੁਰੂ ਅਰਜਨ ਦੇਵ ਮਹਾਰਾਜ ਇਹ ਵਰਤ ਗਏ। ਜਿਹੜਾ ਪਹਿਲਾ ਨੰਬਰ ਹੈ ਨਾ, ਜਿਹੜਾ ਪਹਿਲਾ ਪੱਤਰਾ ਉਸ ਗ੍ਰੰਥ ਜੀ ਦਾ, ਜਿਹਦਾ ਅੱਜ ਪ੍ਰਕਾਸ਼ ਹੈ, ਉਹਦੇ ਪਹਿਲੇ ਪੰਨੇ ਦੇ ਉੱਤੇ ਪਾਤਸ਼ਾਹ ਨੇ ਇੱਕ ਨਹੀਂ ਲਿਖਿਆ, ਉਹਦਾ ਕਾਲਮ ਖਾਲੀ ਛੱਡ ਦਿੱਤਾ। ਥੱਲੇ ਆ ਕੇ ਸਿੱਧਾ ਲਿਖਿਆ ਇੱਕ ਓੰਕਾਰ ਸਤਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਤੇ ਉੱਥੇ ਪਤਾ ਜੀ ਇੱਕ ਕਿਉਂ ਨਹੀਂ ਲਿਖਿਆ? ਕਿਉਂਕਿ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਓੰਕਾਰ ਤੋਂ ਸ਼ੁਰੂ ਹੋ ਰਹੀ ਹੈ। ਜੇ ਉਹਦੇ ਤੋਂ ਪਹਿਲਾਂ ਇੱਕ ਲਿਖਿਆ ਜਾਂਦਾ ਉੱਤੇ ਤਾਂ ਸ਼ਾਇਦ ਕੋਈ ਨਾ ਕੋਈ ਵਿਦਵਾਨ ਉਹਦੇ ਅਰਥ ਵੱਖਰੇ ਕਰ ਦਿੰਦਾ। ਤੇ ਜੇ ਕਿਤੇ ਪੰਜਾਬੀ ਗੁਰਮੁਖੀ ਦੇ ਅੱਖਰਾਂ ਦੇ ਵਿੱਚ ਇੱਕ ਓੰਕਾਰ ਲਿਖਿਆ ਜਾਂਦਾ ਹੈ ਤੇ ਫਿਰ ਈੜੀ ਨੂੰ ਬਿਹਾਰੀ ਦਾ ਅਰਥ ਹੋਰ ਹੋਣਾ ਸੀ, ਈੜੀ ਦਾ ਹੋਰ ਉੱਤੇ ਅੱਧਕ ਪਿਆ ਉਹਦਾ ਹੋਰ ਹੋਣਾ ਸੀ, ਤੇ ਕੱਕੇ ਦਾ ਜਿਹੜਾ ਅਰਥ ਵਿਦਵਾਨਾਂ ਨੇ ਹੋਰ ਕੱਢ ਦੇਣਾ ਸੀ। ਪਾਤਸ਼ਾਹ ਨੇ ਇਹ ਵੀ ਭਰਮ ਦੂਰ ਕਰ ਦਿੱਤਾ। ਉਹਨਾਂ ਨੇ ਗਿਣਤੀ ਦਾ ਇੱਕ ਪਾਤਾ ਜਿਹਦਾ ਅਰਥ ਇੱਕ ਹੀ ਹੁੰਦਾ ਹੈ। ਆਖੋ ਸਤਿਨਾਮ। ਦੁਨੀਆ ਦੀਆਂ ਸਾਰੀਆਂ ਕਿਤਾਬਾਂ ਇੱਕ ਅੰਗ ਤੋਂ ਸ਼ੁਰੂ ਹੁੰਦੀਆਂ। ਦੁਨੀਆ ਦੀ ਗਿਣਤੀ ਇੱਕ ਅੰਗ ਤੋਂ ਸ਼ੁਰੂ ਹੁੰਦੀ, ਇੱਕ ਤੋਂ ਸ਼ੁਰੂ ਹੁੰਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਦੋ ਅੰਗ ਤੋਂ ਉਹਦੀ ਗਿਣਤੀ ਸ਼ੁਰੂ ਹੁੰਦੀ ਹੈ। ਉਹਦੇ ਤੋਂ ਪਹਿਲਾਂ ਜਿਹੜਾ ਖਾਲੀ ਰੱਖਿਆ ਕਾਲਮ, ਉੱਥੋਂ ਸਿਰਫ ਸਿੱਧਾ ਇੱਕ ਓੰਕਾਰ ਸ਼ੁਰੂ ਹੁੰਦਾ। ਇੰਨਾ ਭੇਦ ਗੁਰੂ ਗ੍ਰੰਥ ਸਾਹਿਬ ਦਾ ਰੱਖਿਆ ਗਿਆ। ਰਾਗਾਂ ਦੇ ਵਿੱਚ ਬਾਣੀ ਲਿਖੀ ਗਈ ਤੇ ਜਦੋਂ ਬਾਣੀ ਲਿਖਦੇ ਨੇ ਭਗਤ ਕੁਝ ਆਏ, ਕੁਝ ਭਗਤਾਂ ਦੇ ਜਿਹੜੇ ਚੇਲੇ ਨੇ ਉਹ ਬਾਣੀ ਲੈ ਕੇ ਆਏ। ਤੇ ਜਿਹੜੀ ਬਾਣੀ ਗੁਰੂ ਸਾਹਿਬ ਨੂੰ ਚੰਗੀ ਲੱਗਦੀ ਹੈ, ਜਿਹਦਾ ਅਕਾਲ ਪੁਰਖ ਦੇ ਨਾਲ ਸੰਬੰਧ ਬਣਦਾ, ਉਹ ਲਿਖੀ ਜਾ ਰਹੇ ਨੇ। ਜਿਹੜੀ ਨਹੀਂ ਚੰਗੀ ਲੱਗਦੀ ਉਹਨੂੰ ਪਾਸੇ ਕਰੀ ਜਾ ਰਹੇ ਨੇ। ਤੇ ਚਾਰ ਭਗਤ ਇਹੋ ਜਿਹੇ ਆਏ। ਉਹਨਾਂ ਚਾਰ ਭਗਤਾਂ ਨੇ ਆ ਕੇ ਬੇਨਤੀ ਕੀਤੀ, ਕਹਿੰਦੇ ਜੀ ਸਾਡੀ ਬਾਣੀ ਹੈ ਜਿਹੜੀ ਉਹ ਵੀ ਕਿਰਪਾ ਕਰਕੇ ਦਰਜ ਕਰੋ। ਜਿਹੜੀ ਬਾਣੀ ਅਸੀਂ ਲਿਖਦੇ ਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲੇ ਹੁਕਮ ਕਰ ਦਿੱਤਾ, ਕਹਿੰਦੇ ਬਾਣੀ ਤਾਂ ਲਿਖ ਦਿਆਂਗੇ ਪਰ ਸ਼ਰਤ ਇਹ ਹੈ ਵੀ ਜੇ ਬਾਣੀ ਅਕਾਲ ਪੁਰਖ ਨੂੰ ਸੰਬੋਧਨ ਹੋਈ, ਜੇ ਬਾਣੀ ਦੁਨੀਆ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਵਾਲੀ ਹੋਈ ਤਾਂ ਜ਼ਰੂਰ ਲਿਖੀ ਜਾਵੇਗੀ। ਜੇ ਤੁਹਾਡੀ ਆਪਣੀ ਮਤ ਹੋਈ ਫਿਰ ਨਹੀਂ ਲਿਖ ਸਕਦੇ। ਤੇ ਪਹਿਲੇ ਨੰਬਰ ਤੇ ਭਗਤ ਕਾਨ੍ਹਾ ਆਇਆ। ਭਗਤ ਕਾਨ੍ਹਾ ਜੀ ਨੇ ਬਾਣੀ ਸ਼ੁਰੂ ਕੀਤੀ। ਕਹਿੰਦਾ ਜੀ ਮੈਂ ਲਿਖੀ ਹੈ ਬਾਣੀ, ਸੁਣੋ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਣਾਓ, ਮੈਂ ਸੰਖੇਪ ਬੇਨਤੀ ਕਰਾਂ। ਤੇ ਉਹਨੇ ਉਚਾਰਨ ਕੀਤਾ, ਉਹੀ ਰੇ ਮੈਂ ਉਹੀ ਰੇ, ਜਾਤ ਵੇਦ ਪ੍ਰਾਨ ਸਭ ਗਾਵੇ, ਖੋਜਤ ਖੋਜਤ ਨਾ ਕੋਈ ਰੇ। ਕਹਿੰਦਾ ਮੈਂ ਉਹ ਆ ਜਿਹਨੂੰ ਵੇਦ ਤੇ ਪੁਰਾਣ ਗਾ ਰਹੇ ਨੇ। ਆਖੋ ਸਤਿਨਾਮ। ਇਹਦੇ ਅਰਥ ਹੀ ਬਣਦੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਮਨਾ ਕਰਤਾ, ਕਹਿੰਦੇ ਇਹਦੇ ਵਿੱਚ ਤਾਂ ਪਹਿਲੇ ਮੈਂ ਬੋਲਦੀ ਹੈ, ਇਹ ਬਾਣੀ ਨਹੀਂ ਲਿਖੀ ਸਕਦੀ। ਭਗਤ ਕਾਨ੍ਹਾ ਜੀ ਇੱਥੇ ਤਾਂ ਉਹਨਾਂ ਦੀ ਬਾਣੀ ਲਿਖੀ ਜਾਣੀ ਹੈ ਜਿਹੜੇ ਮੁਖ ਦੇ ਵਿੱਚ ਉਚਾਰਨ ਕਰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਕਹਿੰਦੇ ਇੱਥੇ ਤਾਂ ਤੂੰ ਕਰਨ ਵਾਲਿਆਂ ਦੀ, ਜਿਹੜੇ ਰੱਬ ਨੂੰ ਆਖਦੇ ਨੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਇੱਥੇ ਤਾਂ ਉਹਨਾਂ ਦੀ ਬਾਣੀ ਦਰਜ ਕੀਤੀ ਜਾਣੀ ਹੈ। ਤੇਰੀ ਬਾਣੀ ਦੇ ਵਿੱਚ ਤਾਂ ਸਿੱਧਾ ਹੰਕਾਰ ਤੇ ਮੈਂ ਬੋਲਦੀ ਹੈ, ਨਹੀਂ ਲਿਖ ਸਕਦੇ। ਦੂਸਰੇ ਨੰਬਰ ਦੇ ਉੱਤੇ ਇੱਕ ਭਗਤ ਹੋਰ ਆਇਆ, ਭਗਤ ਪੀਲੂ। ਕਹਿੰਦਾ ਜੀ ਮੈਂ ਵੀ ਲੈ ਕੇ ਆਇਆ ਕੋਈ ਬਾਣੀ, ਮੇਰੀ ਵੀ ਬਾਣੀ ਸੁਣੋ। ਕਹਿੰਦੇ ਸੁਣਾਓ। ਸ਼ਰਤ ਸਾਰਿਆਂ ਦੇ ਲਈ ਇੱਕ ਚੱਲੀ ਜਾ ਰਹੀ ਹੈ। ਤੇ ਭਗਤ ਪੀਲੂ ਜੀ ਲਿਖਦੇ ਨੇ, ਕਹਿੰਦਾ ਪੀਲੂ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੂਏ ਉਹਨਾਂ ਚਿੱਕੜ, ਪਾਵ ਨਾ ਉਮਾਹੜਿਆ ਨਾ ਔਲਾਦ ਹਰੇ। ਇਹਦੇ ਅਰਥ ਬਣਦੇ ਨੇ, ਕਹਿੰਦੇ ਸਾਡੇ ਨਾਲੋਂ ਤਾਂ ਉਹ ਚੰਗੇ ਨੇ ਜਿਹੜੇ ਜੰਮੇ ਨਹੀਂ ਹੈਗੇ, ਨਾ ਉਹ ਜੰਮੇ ਨਾ ਸੰਸਾਰ ਦੀ ਅੱਗ ਦੇ ਵਿੱਚ ਸੜੇ, ਤੇ ਨਾ ਉਹਨਾਂ ਦੇ ਉੱਤੇ ਕੋਈ ਦਾਗ ਲੱਗਿਆ। ਕਹਿੰਦੇ ਸਾਡੇ ਨਾਲੋਂ ਤਾਂ ਉਹ ਚੰਗੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਇਹ ਵੀ ਬਾਣੀ ਚੰਗੀ ਨਹੀਂ। ਗੁਰੂ ਨਾਨਕ ਦੇ ਘਰ ਦੀ ਬਾਣੀ ਕਹਿੰਦੀ ਹੈ ਮਰਨਾ ਜੰਮਣਾ ਪ੍ਰਮਾਤਮਾ ਦੇ ਹੱਥ ਹੈ। ਸੰਸਾਰ ਦੇ ਉੱਤੇ ਆਉਣਾ ਵੀ ਹੈ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਦੁਨੀਆ ਤੇ ਪਰਉਪਕਾਰ ਕਰਨ ਆਉਣਾ ਵੀ ਹੈ। ਇਹੋ ਨਹੀਂ ਬੇ ਦੇ ਨਾਲ ਤਾਂ ਚੰਗਾ ਜੰਮਦੇ ਹੀ ਨਾ ਮਰੇ ਚੰਗੇ ਆ, ਨਾ ਕੋਈ ਦੁੱਖ ਲੱਗੇ ਨਾ ਕੁਝ ਹੋਰ। ਕਹਿੰਦੇ ਇੱਥੇ ਤਾਂ ਜੰਮ ਕੇ ਜੀਵਨ ਕੀ ਛੱਡ ਆਸ ਵਾਲੀ ਗੱਲ ਹੋਣੀ ਚਾਹੀਦੀ ਹੈ। ਤੁਹਾਡੀ ਬਾਣੀ ਵੀ ਗੁਰੂ ਨਾਨਕ ਦੀ ਬਾਣੀ ਦੇ ਨਾਲ, ਅਕਾਲ ਪੁਰਖ ਦੀ ਸਿਫਤ ਦੇ ਨਾਲ ਮੇਲ ਨਹੀਂ ਖਾਂਦੀ, ਉਹਦੀ ਬਾਣੀ ਨੂੰ ਵੀ ਛੱਡਿਆ। ਤੇ ਤੀਸਰੇ ਨੰਬਰ ਦੇ ਉੱਤੇ ਆਪਣੇ ਆਪ ਨੂੰ ਬੜਾ ਸੰਤ ਕਹਾਉਂਦਾ ਇੱਕ ਛੱਜੂ ਭਗਤ ਹੈ। ਕਹਿੰਦਾ ਜੀ ਮੇਰੇ ਕੋਲੋਂ ਵੀ ਸੁਣ ਲਓ, ਮੈਂ ਵੀ ਬਾਣੀ ਲੈ ਕੇ ਆਇਆ। ਤੇ ਜਿਹੜੀ ਉਹਨੇ ਬਾਣੀ ਲਿਖੀ ਹੈ ਨਾ ਸੰਗਤ ਜੀ, ਬੜੀ ਘਟੀਆ ਕਿਸਮ ਦੇ ਉਹਨੇ ਸ਼ਬਦ ਜਿਹੜੇ ਉਹ ਬਾਣੀ 'ਚ ਵਰਤੇ ਹੈ। ਉਹ ਲਿਖਦਾ, ਕਹਿੰਦਾ ਕਾਗਜ਼ ਸੰਧੀ ਪੁਤਲੀ,
तो भी ना त्रिया निहार, यही मार ले जावेगी जथा बिलोचन नार। कहते कागज संधि पुतली तो भी त्रिया ना निहार। कहते औरत इन्नी माड़ी है, भगत छज्जू कहता औरत इन्नी माड़ी है, जे औरत की तस्वीर भी देख लईए ना तो जन्म भ्रिष्ट हो जाता है। आखो सतनाम। इन्ना उन्हें औरत के बारे माड़ा लिखिया भी औरत की तस्वीर देखण ते भी मन दे विच काम उपज जाता है, मन दे विच माड़े ख्याल माड़े विकार उपज जाते ने। इस करके कहता धर्म के राह दे विच जिहड़ी औरत है वो सब तो वड्डी रुकावट है। ते गुरु अर्जन देव महाराज कहते ये भी बाणी लिख नहीं सकते। कहते ओए संता ओए छजुआ, ये गुरु नानक दे घर दी बाणी तां कहती है भंड जम्मी है भंड निम्मी है भंड मंगण विआहो, भंडो चलै दोस्ती भंडो चलै राहो, भंड मूआ भंड भाली है भंड होवै बंधान, सो क्यों मंदा आखीऐ जित जम्मै राजान। कहते जिहड़ी औरत की कुख तो तू जम्मिया ओनू कह रहा भी औरत धर्म के राह दे विच रुकावट है, नहीं हो सकता। इत्थे तां गुरु नानक की बाणी कहती भंड जम्मी है, भंड कहते ने औरत नूं, भंड जम्मी है भंड निम्मी है भंड मंगण विआहो। कहते एक औरत तो जम्मिया, एक औरत दे नाल रिश्ता जुड़िया, एक औरत दे नाल भैण भाई दा प्यार बनिया, एक औरत दे नाल मां दा रिश्ता बनिया, एक औरत दे नाल पत्नी दा रिश्ता बनिया। भंडो मंगै भंडो होवै दोस्ती भंडो चलै राहो। कहंदे सारी जिंदगी दा साथी बंदे दा एक औरत है। ते कहंदे फिर ਉਹ औरत किवें माड़ी हो सकती है जिहड़ी औरत नूं वड्डे वड्डे राजियां ने जन्म देता। सो क्यों मंदा आखीऐ जित जम्मै राजान। कहंदे वो औरत नहीं माड़ी हो सकती, वो औरत इस धर्म दे विच पूजी जाती है। भगत छज्जू की बाणी भी रिजैक्ट कर दी गई। ते हुण तुलसीदास आ गया जिन्हें रामायण लिखी। वो पता जी की लिखदा औरतां बारे, कहंदा औरत पैसा ਅਤੇ शूदर ਤਿੰਨੋਂ ਪੜਦੇ ਤੇ ਪੈਰ ਦੀ ਜੁੱਤੀ ਦੇ ਅਧਿਕਾਰੀ ਹਨ। ਆਖੋ ਸਤਨਾਮ। ਇੱਕ ਔਰਤ, ਇੱਕ ਪੈਸਾ ਤੇ ਇੱਕ ਸ਼ੂਦਰ ਕਹਿੰਦੇ ਜੁੱਤੀ ਦੇ ਨਾਲ ਤਾੜ ਕੇ ਰੱਖਣ ਵਾਲੇ ਨੇ। ਇਹ ਔਰਤਾਂ ਦੇ ਲਈ ਉਹ ਸ਼ਬਦਾਵਲੀ ਵਰਤਦਾ ਰਮਾਇਣ ਦੇ ਵਿੱਚ। पर एक सिख धर्म ही प्यारे ऐसा है जिथे भाई बाणी पढ़ सकता उत्थे बीबी भी पढ़ सकती है, जिथे एक भाई अमृत छक सकता है उत्थे एक बीबी भी अमृत छक सकती है, उत्थे बीबी भी पाठ कर सकती है। आखो सतनाम श्री। ते धन गुरु अर्जन देव महाराज कहते भाई ये बाणी भी नहीं लिख सकते। ते ओदे तो बाद फिर शाह हुसैन आ गया, कहता जी मैं भी कुछ लिख के लिया। ਤੇ ਉਹ ਕਹਿੰਦਾ ਜੀ ਤੁਸੀਂ ਕੀ ਲਿਖਿਆ? ਤੇ ਉਹਨੇ ਲਿਖਿਆ ਕਹਿੰਦਾ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਬੋਲਣ ਨਹੀਂ ਜਾਏ ਵੇ ਅੜਿਆ। ਕਹਿੰਦਾ ਚੁੱਪ ਰਹਿਣਾ ਹੀ ਚੰਗਾ। ਆਖੋ ਸਤਨਾਮ। ਬੋਲਣ ਦੀ ਲੋੜ ਨਹੀਂ ਦੁਨੀਆ ਤੇ, ਜੋ ਹੁੰਦਾ ਹੋਈ ਜਾਵੇ, ਚੁੱਪ ਰਹਿਣਾ ਹੀ ਭਲਾ ਹੈ। ਤੇ ਗੁਰੂ अर्जन देव महाराज कहन लगे कहते ये बाणी भी गुरु ग्रंथ साहब च लिखी नहीं सकती, क्योंकि गुरु नानक के घर की बाणी ये कहती है बोल सो धर्मड़िया मोन कत धारी राम। कहते तेरे अगे पाप हुंदा होवे तू धर्मी बनया होवे ते उत्थे तू मोनी बनया रवे, एक तरह की सियाणप है। साडा धर्म तां कहंदा जे कोई अन्ना खूह नूं तुरिया जांदा है उत्थे बोलना पुन हुंदा है। आखो सतनाम। शाह हुसैन जी थोड़ी बाणी भी नहीं लिख सकते। ते शाह हुसैन दे नाल ही सज के बैठा भगत सूरदास, सीधा साधा जिहा खेतां दे विच काम करन वाला सुभाव दा। ते उन्हें जोर दी आवाज मारी, संगत विच बैठे ने, कहंदा बापू जे तेरा हुक्म होवे तां मैं भी कुछ सुना दियां। आखो सतनाम। ते गुरु अर्जन देव महाराज कहण लगे कहंदे तुसीं भी सुना दिओ। ते हुण ओह कवि सी, संगीतकार जानदा सी, उहने राग सारंग दे विच इक्को ही पंक्ति बाणी दी बड़े जोर दे नाल उचारण कीती है। ते उचारण की करदा? छाड़ रे मन हर विमुखन को संग, छाड़ रे मन।
ਉਹਨੇ ਉਚਾਰਨ ਕੀਤਾ, ਕਹਿੰਦਾ ਛੱਡ ਰੇ ਮਨ, ਮਨਾ ਛੱਡ ਦੇ ਉਹਨਾਂ ਬੇਮੁਖਾਂ ਦਾ ਸੰਗ ਜਿਹੜੇ ਤੈਨੂੰ ਤੇਰੇ ਅਕਾਲ ਪੁਰਖ ਦੇ ਨਾਲੋਂ ਤੋੜ ਰਹੇ ਨੇ। ਤੇ ਸਾਖੀਕਾਰ ਲਿਖਦਾ, ਕਹਿੰਦੇ ਇਹਦੇ ਤੋਂ ਬਾਅਦ ਨਹੀਂ ਕੁਝ ਗਾਇਆ ਉਹਨੇ, ਆਖੋ ਸਤਨਾਮ। ਸਮਾਧੀ ਲੱਗ ਗਈ। ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਅੱਖਾਂ ਬੰਦ ਕਰ ਲਈਆਂ। ਭਾਈ ਗੁਰਦਾਸ ਵੀ ਕਈ ਘੰਟਿਆਂ ਤੱਕ ਏਦਾਂ ਹੀ ਬੈਠੇ ਰਹੇ ਤੇ ਕਈ ਘੰਟਿਆਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਭਗਤ ਜੀ ਕੁਝ ਅੱਗੇ ਵੀ ਸੁਣਾ ਦਿਓ, ਆਖੋ ਸਤਨਾਮ। ਇੰਨੀ ਬਾਣੀ ਉਚਾਰਨ ਕੀਤੀ, ਛਾੜ ਮਨ ਹਰ ਬੇਮੁਖਨ ਕੋ ਸੰਗ। ਤੇ ਭਗਤ ਸੂਰਦਾਸ ਕਹਿਣ ਲੱਗਾ, ਜੀ ਅੱਗੇ ਤਾਂ ਮੈਨੂੰ ਪਤਾ ਨਹੀਂ, ਮੈਨੂੰ ਤਾਂ ਇੰਨਾ ਪਤਾ ਵੀ ਉਹਨਾਂ ਦੇ ਨਾਲੋਂ ਪ੍ਰੀਤ ਤੋੜਨੀ ਭਲੀ ਹੈ ਜਿਹੜੇ ਰੱਬ ਦੇ ਨਾਲੋਂ ਤੋੜਦੇ ਨੇ। ਤੇ ਇਹਦੇ ਤੋਂ ਬਾਅਦ ਭਗਤ ਜੀ ਨੇ ਕੋਈ ਬਾਣੀ ਨਹੀਂ ਉਚਾਰਨ ਕੀਤੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 15 ਭਗਤਾਂ ਦੇ ਵਿੱਚ ਜਿਹੜੀ ਭਗਤ ਸੂਰਦਾਸ ਜੀ ਦੀ ਬਾਣੀ ਹੈ ਨਾ, ਤੇ ਉਸ ਬਾਣੀ ਦੀ ਇੱਕੋ ਹੀ ਪੰਕਤੀ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾ ਦਿੱਤੀ। ਕਹਿੰਦੇ ਇੱਕੋ ਹੀ ਬਹੁਤ ਹੈ। ਤੇ ਉਹਦੇ ਤੋਂ ਬਾਅਦ ਜਿਵੇਂ ਕਿਸੇ ਨੂੰ ਕੋਈ ਤੋਹਫਾ ਦੇ ਕੇ ਸਨਮਾਨਿਤ ਕਰ ਦੇਣਾ, ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਭਗਤ ਸੂਰਦਾਸ ਜੀ ਦੀ ਯਾਦ ਦੇ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਉਸ ਬਾਣੀ ਦੇ ਨਾਲ ਜੋੜ ਦਿੱਤਾ। ਨਹੀਂ, ਭਗਤ ਜੀ ਦੀ ਇੱਕੋ ਹੀ ਪੰਕਤੀ ਹੈ, ਛਾੜ ਰੇ ਮਨ ਹਰ ਬਿਮੁਖਨ ਕੋ ਸੰਗ। ਉਹਦੀ ਅਕਾਲ ਪੁਰਖ ਨੂੰ ਭਾ ਗਈ ਪ੍ਰੀਤ, ਤੇ ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸਦਾ ਵਾਸਤੇ ਲਿਖੀ ਗਈ, ਜਿਹੜੇ ਰੱਬ ਦੀ ਯਾਦ ਵਿੱਚ ਜੁੜੇ ਸੀ। ਹੁਣ ਸਾਰਾ ਗ੍ਰੰਥ ਲਿਖਿਆ ਗਿਆ ਤੇ ਭਾਈ ਬੰਨੋ ਇੱਕ ਸਿੱਖ ਉਹਦੀ ਸੇਵਾ ਲਾਤੀ। ਕਹਿੰਦਾ, ਭਾਈ ਬੰਨੋ ਜੀ ਤੁਸੀਂ ਲਾਹੌਰ ਦੇ ਵਿੱਚ ਜਾ ਕੇ ਇਸ ਗ੍ਰੰਥ ਨੂੰ ਜਿਲਦ ਬਣਵਾ ਕੇ ਲਿਆਣੀ ਹੈ, ਤੇ ਫਿਰ ਜਦੋਂ ਲੈ ਕੇ ਆ ਗਏ ਇਹਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਕੀਤਾ ਜਾਵੇਗਾ। ਤੇ ਇਹ ਕਾਰਜ ਨੂੰ ਕਰਨ ਦਾ ਸਮਾਂ ਥੋੜਾ, ਤੁਸੀਂ ਜਲਦੀ ਜਾਓ ਤੇ ਜਲਦੀ ਆਓ। ਭਾਈ ਗੁਰਦਾਸ ਜੀ ਨਾਲ ਗਏ ਤੇ ਭਾਈ ਬੰਨੋ ਗੁਰਮੁਖੀ ਵੀ ਜਾਣਦਾ ਸੀ, ਬੜਾ ਸੂਝਵਾਨ ਸਿੱਖ ਸੀ। ਉਹਨੇ ਰਾਹ ਵਾਟੇ ਜਾਂਦਿਆਂ ਸਫ਼ਰ ਤਾਂ ਥੋੜਾ ਕਰਨਾ, ਆਰਾਮ ਬਹੁਤਾ ਕਰਨਾ। ਉਹਨੇ ਜਦੋਂ ਆਰਾਮ ਕਰਨ ਲੱਗਣਾ ਨਾ, ਉਹਨੇ ਇੱਕ ਬੀੜ ਦਾ ਉਤਾਰਾ ਕਰ ਲਿਆ, ਉਹਦੀ ਕਾਪੀ ਕਰ ਲਈ। ਜਿਹੜੇ ਸ਼ਬਦ ਔਖੇ ਸੀ ਉਹ ਥੋੜੇ ਥੋੜੇ ਸੌਖੇ ਕਰਕੇ ਲਿਖਤੇ। ਥੋੜੀ ਬਾਣੀ ਹੋਰ ਅਕਾਲ ਪੁਰਖ ਦੀ ਵਿੱਚ ਜੋੜ ਲਈ ਤੇ ਉਹਦੇ ਨਾਲੋਂ ਵੱਧ ਪੱਤਰੇ ਬਣਾ ਲਏ। ਦੋਨਾਂ ਦੀ ਜਿਲਦ ਕਰਾ ਕੇ ਲਿਆ ਕੇ ਰੱਖ ਦਿੱਤੀ ਗੁਰੂ ਅਰਜਨ ਦੇਵ ਜੀ ਦੇ ਕੋਲ। ਕਹਿੰਦੇ, ਜੀ ਆ ਮੈਂ ਇੱਕ ਉਤਾਰਾ ਕਰਕੇ ਲੈ ਆਇਆ ਵੀ ਕਿਤੇ ਕੰਮ ਆਜੂ, ਤੇ ਇੱਕ ਆਪ ਜੀ ਦਾ ਲਿਖਾਇਆ ਹੋਇਆ, ਤੇ ਜਿਹੜਾ ਮੈਂ ਲਿਖਿਆ ਜੀ ਉਹਨੂੰ ਮੈਂ ਸੌਖਾ ਕਰਕੇ ਲਿਖ ਦਿੱਤਾ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿਣ ਲੱਗੇ, ਕਹਿੰਦੇ ਕੰਮ ਤਾਂ ਤੇ ਵਧੀਆ ਕੀਤਾ, ਉਤਾਰਾ ਕੀਤਾ, ਚੰਗੀ ਸੇਵਾ ਕੀਤੀ ਹੈ, ਪਰ ਕਹਿੰਦੇ ਇਹਦੇ ਵਿੱਚ ਜਿਹੜਾ ਬਾਣੀ ਦਾ ਫੇਰ ਬਦਲ ਹੋ ਗਿਆ, ਇਹਦਾ ਅਸੀਂ ਪ੍ਰਕਾਸ਼ ਨਹੀਂ ਕਰ ਸਕਦੇ। ਇਹ ਵਰ ਦੇ ਦਿੱਤਾ। ਕਹਿੰਦੇ ਇਹ ਬਾਣੀ ਘਰਾਂ ਦੇ ਵਿੱਚ ਰੱਖ ਕੇ ਪੜ੍ਹੀ ਜਾ ਸਕਦੀ ਹੈ। ਤੇ ਭਾਈ ਬੰਨੋ ਵਾਲੀ ਜਿਹੜੀ ਬੀੜ ਹੈ ਉਹਨੂੰ ਖਾਰੀ ਬੀੜ ਦਾ ਖਿਤਾਬ ਮਿਲ ਗਿਆ, ਤੇ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਾਈ ਹੈ ਉਹਨੂੰ ਆਦਿ ਬੀੜ ਗ੍ਰੰਥ ਦਾ ਖਿਤਾਬ ਮਿਲਿਆ। ਤੇ ਪ੍ਰਕਾਸ਼ ਆਦਿ ਬੀੜ ਗ੍ਰੰਥ ਦਾ ਹੀ ਹੋਇਆ। ਖਾਰੀ ਬੀੜ ਨੂੰ ਕਹਿਤਾ ਵੀ ਘਰਾਂ ਦੇ ਵਿੱਚ ਰੱਖ ਕੇ ਇਹ ਪੜ੍ਹੀ ਜਾ ਸਕਦੀ ਹੈ, ਪਰ ਇਹਦਾ ਸਥਾਨ ਦੇ ਉੱਤੇ ਪ੍ਰਕਾਸ਼ ਨਹੀਂ ਹੋ ਸਕਦਾ। ਸੋਚਦੇ ਰਹੇ ਫਿਰ ਪ੍ਰਕਾਸ਼ ਕਰਨ ਦੇ ਲਈ ਕੌਣ ਆਵੇ, ਕੌਣ ਪ੍ਰਕਾਸ਼ ਕਰੇਗਾ। ਸਾਰੀ ਰਾਤ ਸੋਚਦਿਆਂ ਲੰਘ ਗਈ। ਅੰਮ੍ਰਿਤ ਵੇਲਾ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਉੱਠੇ, ਇਸ਼ਨਾਨ ਕੀਤਾ, ਬਾਣੀ ਪੜ੍ਹੀ, ਪੜ੍ਹ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ। ਆਖੋ ਸਤਨਾਮ। ਜਾ ਕੇ ਬੇਨਤੀ ਕਰਦੇ ਨੇ, ਕਹਿੰਦੇ ਬੁੱਢਾ ਸਾਹਿਬ ਜੀ ਅੱਜ ਮੈਂ ਬੇਨਤੀ ਕਰਨ ਦੇ ਲਈ ਆਇਆ। ਤੇ ਬਾਬਾ ਬੁੱਢਾ ਜੀ ਵੀ ਨਿਮਰਤਾ ਦੇ ਵਿੱਚ ਬ੍ਰਹਮ ਗਿਆਨੀ ਹੱਥ ਜੋੜ ਕੇ ਖੜੇ ਹੋ ਗਏ। ਕਹਿੰਦੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜੇ ਮੇਰੇ ਤੱਕ ਕੋਈ ਕਰਮ ਸੀ, ਕੋਈ ਕੰਮ ਸੀ ਤਾਂ ਸੁਨੇਹਾ ਭੇਜ ਦਿੰਦੇ, ਮੈਂ ਆ ਜਾਂਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਕੰਮ ਤਾਂ ਨਹੀਂ ਸੀ ਕੋਈ, ਨਾ ਮੈਂ ਹੁਕਮ ਕਰਨ ਦੇ ਲਈ ਆਇਆ, ਮੈਂ ਆਪ ਜੀ ਨੂੰ ਬੇਨਤੀ ਕਰਨ ਦੇ ਲਈ ਆਇਆ। ਕਿਰਪਾ ਕਰੋ ਮੇਰੀ ਬੇਨਤੀ ਨੂੰ ਤੁਸੀਂ ਪ੍ਰਵਾਨ ਜ਼ਰੂਰ ਕਰਿਓ। ਕਹਿੰਦੇ ਬਾਬਾ ਬੁੱਢਾ ਜੀ ਦੇ ਪਾਸ ਬੇਨਤੀ ਕੀਤੀ ਹੈ ਵੀ ਕੱਲ ਨੂੰ ਹਰਮੰਦਰ ਸਾਹਿਬ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਤੇ ਉਹ ਪ੍ਰਕਾਸ਼ ਤੁਸੀਂ ਕਰੋਗੇ। ਆਖੋ ਸਤਨਾਮ। ਤੇ ਬਾਬਾ ਬੁੱਢਾ ਜੀ ਬਜ਼ੁਰਗ ਅਵਸਥਾ ਨੇ, ਹੱਥ ਕੰਬਦੇ ਨੇ, ਕਹਿਣ ਲੱਗੇ ਮੈਂ ਕਿਵੇਂ ਕਰ ਸਕਦਾ, ਏਡੇ ਏਡੇ ਰਹਿਬਰਾਂ ਦੀ ਬਾਣੀ ਹੋਵੇ ਤੇ ਮੈਂ ਖੇਤਾਂ ਦੇ ਵਿੱਚੋਂ ਘਾਹ ਵੱਢਣ ਵਾਲਾ ਇੱਕ ਆਮ ਜਿਹਾ ਆਦਮੀ। ਤੇ ਜਦੋਂ ਆ ਬਚਨ ਸੁਣੇ ਨੇ ਨਾ ਵੀ ਮੈਂ ਖੇਤਾਂ 'ਚ ਘਾਹ ਵੱਢਣ ਵਾਲਾ ਹੈ,
ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਜੇ ਤੁਸੀਂ ਘਾਹ ਵੱਢਣ ਵਾਲੇ ਹੋ ਨਾ ਤਾਂ ਇਹਦੇ ਵਿੱਚ ਵੀ ਬਾਣੀ ਕਰਤਾਰਪੁਰ ਦੇ ਖੇਤਾਂ ਦੇ ਵਿੱਚ ਹਲ ਪਾ ਕੇ ਜ਼ਮੀਨ ਵਾਹੁਣ ਵਾਲੇ ਦੀ ਆਖੋ ਸਤਿਨਾਮ। ਜੇ ਤੁਸੀਂ ਕਹਿੰਦੇ ਹੋ ਮੈਂ ਘਾਹ ਵੱਢਣ ਵਾਲਾ ਹੈ ਨਾ, ਇਹਦੇ ਵਿੱਚ ਬਾਣੀ ਵੀ ਉਸ ਰਹਿਬਰ ਦੀ ਹੈ ਜਿਹੜਾ 40 ਸਾਲ ਸਿਰ ਦੇ ਉੱਤੇ ਟੋਕਰੀ ਚਕਾ ਕੇ ਸੇਵਾ ਕਰਦਾ ਰਿਹਾ ਤੇ ਸੇਵਾ ਕਰਦਿਆਂ ਕਰਦਿਆਂ ਪਦਵੀ ਪ੍ਰਾਪਤ ਕਰ ਗਿਆ। ਪਿਤਾ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਜੇ ਤੁਸੀਂ ਘਾਹ ਵੱਢਣ ਵਾਲੇ ਹੋ ਨਾ ਤਾਂ ਇਹਦੇ ਵਿੱਚ ਵੀ ਚਮੜਾ ਰੰਗਣ ਵਾਲਿਆਂ ਦੀ ਬਾਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਸੀਂ ਘਾਹ ਵੱਢਣ ਵਾਲੇ ਹੋ, ਇਹਦੇ ਵਿੱਚ ਵੀ ਕੱਪੜਾ ਬੁਣਨ ਵਾਲਿਆਂ ਦੀ ਵੀ, ਇਹਦੇ ਵਿੱਚ ਵੀ ਉਹਨਾਂ ਨੀਵਿਆਂ ਦੀ ਬਾਣੀ ਹੈ ਜਿਹੜੇ ਕਿਰਤ ਕਰਦਿਆਂ ਕਰਦਿਆਂ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਸਦਾ ਵਾਸਤੇ ਜੁੜ ਗਏ। ਤੇ ਬਾਬਾ ਬੁੱਢਾ ਜੀ ਫਿਰ ਤਿਆਰ ਹੋਏ, ਅੰਮ੍ਰਿਤ ਵੇਲੇ ਤੋਂ ਤੁਰੇ ਤੇ 1604 ਈਸਵੀ ਵਾਲੇ ਦਿਨ ਦਰਬਾਰ ਸਾਹਿਬ ਦੇ ਵਿੱਚ ਸੁੰਦਰ ਚੰਦੋਆ ਲਗਾਇਆ ਗਿਆ ਤੇ ਚੰਦੋਆ ਲਗਾ ਕੇ ਇੱਕ ਸੋਹਣੇ ਤਖਤ ਦੇ ਉੱਤੇ ਮੰਜੀ ਸਾਹਿਬ ਦੇ ਉੱਤੇ ਉਸ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਦਾ ਪ੍ਰਕਾਸ਼ ਕੀਤਾ ਗਿਆ। ਤੇ ਪ੍ਰਕਾਸ਼ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਹੁਕਮ ਕਰ ਰਹੇ ਨੇ, ਕਹਿੰਦੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ਾ ਸੁਨੈ ਸਭ ਪੰਥ। ਕਹਿੰਦੇ ਕਿਰਪਾ ਕਰੋ ਬੁੱਢਾ ਸਾਹਿਬ ਜੀ, ਇਸ ਗ੍ਰੰਥ ਦਾ ਪ੍ਰਕਾਸ਼ ਕਰੋ ਤੇ ਇਹਦੇ ਵਿੱਚੋਂ ਹੁਕਮਨਾਮਾ ਲੇਹੋ ਆਵਾਜ਼ਾ, ਇਹਦੇ ਵਿੱਚੋਂ ਆਵਾਜ਼ ਲਓ, ਹੁਕਮਨਾਮਾ ਲਓ। ਸੁਨੈ ਸਭ ਪੰਥ, ਇਹ ਸਾਰਾ ਪੰਥ ਜਿੰਨਾ ਵੀ ਹੈ ਉਹ ਇਸ ਹੁਕਮਨਾਮੇ ਨੂੰ ਸੁਣੇਗਾ। ਤੇ ਬਾਬਾ ਬੁੱਢਾ ਸਾਹਿਬ ਨੇ ਜਦੋਂ ਹੁਕਮਨਾਮਾ ਲਿਆ ਨਾ, ਉਸ ਵੇਲੇ ਹੁਕਮਨਾਮਾ ਆਇਆ, ਸੂਹੀ ਮਹੱਲਾ ਪੰਜਵਾ, ਹਰ ਕੰਮ ਕਰਾਵਣ ਆਇਆ ਰਾਮ, ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ, ਹਰ ਕੰਮ ਕਰਾਵਣ ਆਇਆ ਰਾਮ, ਸੰਤਾਂ ਕੇ ਕਾਰਜ ਆਪ ਹੋਇਆ, ਸੰਤਾਂ ਕੇ ਕਾਰਜ ਆਪ ਖਲੋਇਆ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਿਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਹਰ ਕੰਮ ਕਰਾਵਣ, ਹਰ ਕੰਮ ਕਰਾਵਣ ਆਇਆ ਰਾਮ, ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਖਲੋਇਆ। ਜੈ ਜੈਕਾਰ ਪਿਆ ਜਗ ਅੰਦਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਹਰ ਕੰਮ ਕਰਾਵਣ ਆਇਆ ਰਾਮ, ਸੰਤਾਂ ਕੇ ਕਾਰਜ
ਇਹ ਹੁਕਮਨਾਮਾ ਸੰਗਤ ਨੇ ਹਾਸਲ ਕੀਤਾ, ਸਰਵਣ ਕੀਤਾ। ਤੇ ਉਹਦੇ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮ ਕਰ ਦਿੱਤਾ, ਕਹਿੰਦੇ ਭਾਈ ਅੱਜ ਤੋਂ ਬਾਅਦ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਜ ਤੋਂ ਹਰ ਸਿੱਖ ਨੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਹੈ। ਅੱਜ ਪਹਿਲਾ ਪ੍ਰਕਾਸ਼ ਪੁਰਬ, ਉਸ ਦਿਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ, ਤੇ ਮੈਂ ਬੇਨਤੀ ਸ਼ੁਰੂ ਕੀਤੀ ਸੀ, ਲੋੜ ਕਿਉਂ ਪਈ ਇਹ ਵੀ ਬੇਨਤੀ ਕਰ ਦਿੱਤੀ, ਕਿਉਂਕਿ ਮਿਹਰਬਾਨ ਪ੍ਰਿਥੀ ਚੰਦ ਬਹੁਤ ਬਾਣੀ ਲਿਖਦਾ ਜਾਂਦਾ ਸੀ ਵਿੱਚ ਆਪਣੀ। ਸੰਗਤ ਨੂੰ ਭੁਲੇਖਾ ਨਾ ਪਵੇ, ਗੁਰੂ ਸਾਹਿਬ ਨੇ ਤਾਂ ਸੰਪਾਦਨਾ ਗੁਰੂ ਗ੍ਰੰਥ ਸਾਹਿਬ ਦੀ ਕੀਤੀ। ਤੇ ਕਰਨੀ ਕਿਉਂ, ਮਹਾਨਤਾ ਕਿਉਂ? ਕਿਉਂਕਿ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਸ ਗ੍ਰੰਥ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਅਵਲੇ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਹਿੰਦੇ ਇਹਦੇ ਵਿੱਚੋਂ ਆਵਾਜ਼ ਸਾਰੀ ਲੋਕਾਈ ਦੇ ਲਈ ਬਰਾਬਰਤਾ ਦੀ ਆ ਰਹੀ ਹੈ। ਇਹ ਮਨਾਂ ਦੇ ਵਿੱਚੋਂ ਭੁਲੇਖੇ ਕੱਢ ਦਈਏ, ਕੇਵਲ ਵੀ ਗੁਰਦੁਆਰਾ ਕਿਤੇ ਵੱਡੀਆਂ ਜਾਤਾਂ ਵਾਲਿਆਂ ਦਾ ਨਹੀਂ, ਨਾ ਗੁਰਦੁਆਰਾ ਕਿਸੇ ਜੱਟ ਦਾ ਤੇ ਨਾ ਕਿਸੇ ਬਾਣੀਏ ਦਾ। ਗੁਰਦੁਆਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਆਖੋ ਸਤਿਨਾਮ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀਦਾ, ਮੈਂ ਬੇਨਤੀ ਕੀਤੀ ਆਪ ਜੀ ਦੇ ਚਰਨਾਂ ਦੇ ਵਿੱਚ ਵੀ, ਇਹਦੇ ਚ ਚਮੜਾ ਰੰਗਣ ਵਾਲਿਆਂ ਦੀ ਬਾਣੀ, ਇਹਦੇ ਵਿੱਚ ਹਲ ਚਲਾਉਣ ਵਾਲਿਆਂ ਦੀ ਬਾਣੀ ਵੀ ਹੈ, ਇਹਦੇ ਵਿੱਚ ਟੋਕਰੀ ਢੋ ਕੇ ਸੇਵਾ ਕਮਾਉਣ ਵਾਲਿਆਂ ਦੀ ਵੀ ਬਾਣੀ ਹੈ। ਇਸ ਕਰਕੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ ਲੋਕਾਈ ਦਾ ਸਾਂਝਾ ਹੈ। ਕੋਈ ਵੀ ਆ ਕੇ ਇਹਦੀ ਬਾਣੀ ਪੜ੍ਹ ਸਕਦਾ, ਕੋਈ ਵੀ ਇਹਦੇ ਦਰਸ਼ਨ ਕਰ ਸਕਦਾ, ਕਿਸੇ ਨੂੰ ਕੋਈ ਮਨਾਹੀ ਨਹੀਂ। ਮਨਾਂ ਦੇ ਵਿੱਚੋਂ ਭੁਲੇਖੇ ਕੱਢਦੀ ਵੀ ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖਾਂ ਦਾ ਗੁਰੂ ਹੈ, ਨਹੀਂ। ਹੋਰ ਗ੍ਰੰਥ ਨੇ, ਮੁਸਲਮਾਨਾਂ ਦਾ ਗ੍ਰੰਥ ਮੁਸਲਮਾਨਾਂ ਦਾ ਕਸੀਮਤ ਹੈ, ਉਹਦੇ ਵਿੱਚ ਕਿਸੇ ਹਿੰਦੂ ਦੀ ਬਾਣੀ ਨਹੀਂ, ਕਿਸੇ ਸਿੱਖ ਦੀ ਬਾਣੀ ਨਹੀਂ, ਨਾ ਪ੍ਰਵਾਨਗੀ ਲਿਖਣ ਦੀ। ਭਗਵਤ ਗੀਤਾ ਦੇ ਵਿੱਚ ਮੁਸਲਮਾਨ ਦੀ ਬਾਣੀ ਨੂੰ ਲਿਖਣ ਦੀ ਪ੍ਰਵਾਨਗੀ ਨਹੀਂ, ਪੂਜਣ ਦੀ ਪ੍ਰਵਾਨਗੀ ਨਹੀਂ। ਬਾਈਬਲ ਦਾ ਗ੍ਰੰਥ ਹੈ ਅੰਜੀਲ ਈਸਾਈ ਮਤ ਦਾ, ਉਹਦੇ ਵਿੱਚ ਕਿਸੇ ਸਿੱਖ ਦੀ ਬਾਣੀ, ਕਿਸੇ ਮੁਸਲਮਾਨ ਦੀ ਬਾਣੀ, ਕਿਸੇ ਹਿੰਦੂ ਦੀ ਬਾਣੀ ਲਿਖਣ ਦੀ ਇਜਾਜ਼ਤ ਨਹੀਂ, ਨਾ ਹੀ ਉਹਨੂੰ ਪੂਜਣ ਦੀ ਇਜਾਜ਼ਤ ਹੈ। ਕੇਵਲ ਤੇ ਕੇਵਲ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਨੇ ਜਿਹਨੂੰ ਮੁਸਲਮਾਨ ਆ ਕੇ ਸ਼ਰਧਾ ਦੇ ਨਾਲ ਪੂਜੇ ਨਾ, ਬੁਲਾਵੇ ਗੁਰੂ ਗ੍ਰੰਥ ਸਾਹਿਬ ਨੂੰ। ਤੇ ਮੁਸਲਮਾਨ ਦੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਗੱਲਾਂ ਕਰਦੇ ਨੇ, ਕਿੱਥੇ ਕਰਦੇ ਨੇ? ਅੱਲਾ ਪਾਕੰ ਪਾਕ ਹੈ, ਸ਼ੱਕ ਕਰੂੰ ਜੇ ਦੂਸਰ ਹੋਏ। ਜੇ ਕੋਈ ਰਾਮ ਕ੍ਰਿਸ਼ਨ ਨੂੰ ਪੂਜਣ ਵਾਲਾ ਸਨਾਤਨੀ ਆ ਕੇ ਗੱਲ ਕਰੇ, ਉਹਦੇ ਨਾਲ ਗੱਲ ਕਿਵੇਂ ਕਰਦੇ ਨੇ? ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆਂ ਕੋਈ ਅਲਾਏ। ਭਾਵ ਕਿ ਜਿਹੜਾ ਵੀ ਭਾਵਨਾ ਦੇ ਨਾਲ ਆ ਕੇ ਸਿਰ ਝੁਕਾ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਵੀ ਉਹਦੇ ਨਾਲ ਬੋਲਦੇ ਨੇ, ਅੱਜ ਵੀ ਉਹਦਾ ਦੁੱਖ ਸੁੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਣਦੇ ਨੇ। ਪਰ ਸਾਡੀ ਭਾਵਨਾ ਬਣ ਜਾਵੇ, ਗੁਰੂ ਦੇ ਉੱਤੇ ਵਿਸ਼ਵਾਸ ਬਣ ਜਾਵੇ। ਜਿਹੜੀ ਗੁਰੂ ਦੀ ਬਾਣੀ ਕਹਿੰਦੀ ਹੈ ਨਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਇਹ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਵੀ ਬਾਣੀ ਪੜ੍ਹ ਕੇ ਸਰੀਰ ਦੇ ਰੋਗ ਵੀ ਮਿਟ ਜਾਂਦੇ ਨੇ, ਤਾਂ ਗੱਲ ਬਣ ਜਾਵੇਗੀ। ਬਾਣੀ ਦੀ ਵਿਚਾਰ, ਮਹਾਰਾਜ ਕਹਿੰਦੇ ਬਾਣੀ ਵਿਰਲੋ ਵਿਚਾਰ ਸੀ, ਪੜ੍ਹਦੇ ਸਾਰੇ ਨੇ, ਜਪਦੇ ਸਾਰੇ ਨੇ, ਪਰ ਵਿਚਾਰਨ ਵਾਲਾ ਭਵ ਜਲ ਪਾਰ ਹੋ ਜਾਂਦਾ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਤੇ ਉਹਦੇ ਤੋਂ ਬਾਅਦ ਫਿਰ ਦਮਦਮਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਸੰਪੂਰਨਤਾ। ਅੱਜ ਪਹਿਲਾ ਪ੍ਰਕਾਸ਼ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਪੂਰਨਤਾ ਬਖਸ਼ਿਸ਼ ਕੀਤੀ 9ਵੇਂ ਪਾਤਸ਼ਾਹ ਜੀ ਦੀ ਬਾਣੀ ਦਾ। ਤੇ ਤੀਸਰੀ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਿਲੀ ਹੈ ਗੁਰਗੱਦੀ, ਉਹ ਮਿਲੀ ਹੈ ਹਜੂਰ ਸਾਹਿਬ ਨੰਦੇੜ ਸਾਹਿਬ ਦੇ ਵਿੱਚ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਸਰੀਰ ਛੱਡਣ ਲੱਗੇ ਨਾ, ਤੇ ਹੁਕਮ ਕਰ ਗਏ ਸਿੱਖਾਂ ਦੇ ਲਈ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਹਿੰਦੇ ਅੱਜ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ, ਅੱਜ ਤੋਂ ਕੋਈ 11ਵਾਂ 12ਵਾਂ ਗੁਰੂ ਨਹੀਂ ਹੋਵੇਗਾ, ਅੱਜ ਤੋਂ ਪੂਰੇ ਪੰਥ ਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਣਗੇ। ਆਖੋ ਸਤਿਨਾਮ। ਤੇ ਸਿੱਖ ਪੁੱਛਦੇ ਨੇ, ਕਹਿੰਦੇ ਪਾਤਸ਼ਾਹ ਤੁਸੀਂ ਚਲੇ ਜਾਵੋਗੇ, ਫਿਰ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ, ਤੁਹਾਡੇ ਦਰਸ਼ਨ ਕਿੱਥੇ ਹੋਣਗੇ? ਤੇ ਪਾਤਸ਼ਾਹ ਜੀ ਬਚਨ ਕਰ ਗਏ, ਕਹਿੰਦੇ ਸਰੀਰ ਪੰਥ ਵਿੱਚ
ਤੇ ਆਤਮਾ ਗ੍ਰੰਥ ਵਿੱਚ ਕਹਿੰਦੇ ਮੇਰੇ ਸਰੀਰ ਤੱਕਣਾ ਹੈ ਨਾ, ਪੰਜ ਕਕਾਰੀ ਵਰਦੀ ਪਹਿਨਿਆ ਪੂਰਨ ਗੁਰਸਿੱਖ ਹੋਵੇ, ਬੇਸ਼ੱਕ ਉਹ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਦੇਖ ਲਵੇ, ਉਹ ਮੇਰੇ ਦਰਸ਼ਨ ਹੋਣਗੇ। ਤੇ ਜੇ ਮੇਰੀ ਆਤਮਾ ਦੇਖਣੀ ਹੈ, ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਹੋਵੇਗੀ। ਆਖੋ ਸਤਿਨਾਮ। ਤਾਂ ਆਖਿਆ ਜਾਂਦਾ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤੇ ਇਹਦੇ ਵਿੱਚ ਕਈ ਵਾਰੀ ਸਵਾਲ ਆ ਜਾਂਦਾ ਮਨ ਦੇ ਵਿੱਚ, ਭਾਈ ਦਸਾਂ ਪਾਤਸ਼ਾਹਾਂ ਦੀ ਜੋਤ ਤਾਂ ਕਹਿਤੀ, ਪਰ ਤਿੰਨ ਪਾਤਸ਼ਾਹਾਂ ਦੀ ਤਾਂ ਬਾਣੀ ਨਹੀਂ ਵਿੱਚ, ਛੇਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ, ਛੇਵੇਂ ਸੱਤਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ, ਅੱਠਵੇਂ ਦੀ ਬਾਣੀ ਨਹੀਂ। ਉਹ ਇਸ ਕਰਕੇ ਨਹੀਂ ਕਿਉਂਕਿ ਜਿਹੜਾ ਪਿਰਥੀ ਚੰਦ ਸੀ ਨਾ, ਉਹਨੇ ਬੜੀ ਚਲਾਕੀ ਕੀਤੀ ਸੀ। ਉਹਨੇ ਸਿੱਖਾਂ ਦੇ ਵਿੱਚ ਫਰਕ ਪਾਉਣ ਦੇ ਲਈ ਮਹੱਲਾ 6ਵਾਂ ਲਿਖ ਕੇ ਆਪਣੀ ਕਵਿਤਾ ਉਚਾਰ ਲਈ, ਮਹੱਲਾ 7ਵਾਂ ਲਿਖਿਆ ਫੇਰ ਆਪਣੀ ਕਵਿਤਾ ਉਚਾਰ ਲਈ, ਤੇ ਮਹੱਲਾ 8ਵਾਂ, ਮਹੱਲਾ 5ਵਾਂ 6ਵਾਂ 7ਵਾਂ ਤੋਂ ਭਾਵ ਵਿੱਚ ਜਿਹੜੇ ਗੁਰੂ ਦੀ ਬਾਣੀ 19ਵੀਂ ਪਾਤਸ਼ਾਹੀ। ਜੇ ਮਹੱਲਾ ਪਹਿਲਾ ਤਾਂ ਗੁਰੂ ਨਾਨਕ ਜੀ ਦੀ ਬਾਣੀ ਹੈ, ਮਹੱਲਾ 5ਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ, ਮਹੱਲਾ 9ਵਾਂ ਗੁਰੂ ਤੇਗ ਬਹਾਦਰ 9ਵੇਂ ਪਾਤਸ਼ਾਹ ਜੀ ਦੀ ਬਾਣੀ ਹੈ, ਤੇ 8ਵੇਂ ਪਾਤਸ਼ਾਹ ਤੱਕ ਦੀ ਬਾਣੀ ਨਹੀਂ। ਪਿਰਥੀ ਚੰਦ ਨੇ ਮਿਹਰਬਾਨ ਨੇ ਕਵਿਤਾ ਲਿਖ ਲਈਆਂ ਤੇ ਲਿਖਤਾ ਮਹੱਲਾ 6ਵਾਂ, ਮਹੱਲਾ 7ਵਾਂ, ਮਹੱਲਾ 8ਵਾਂ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਾ ਤਾਂ ਹੁਕਮ ਕਰ ਗਏ, ਕਹਿੰਦੇ ਅੱਜ ਤੋਂ ਬਾਅਦ 8ਵੀਂ ਪਾਤਸ਼ਾਹੀ ਤੱਕ ਕੋਈ ਵੀ ਗੁਰੂ ਬਾਣੀ ਉਚਾਰਨ ਨਹੀਂ ਕਰਨਗੇ। ਤਾਂ ਕਰਕੇ ਇਹਨਾਂ ਤਿੰਨਾਂ ਪਾਤਸ਼ਾਹੀਆਂ ਨੇ ਬਾਣੀ ਨਹੀਂ ਉਚਾਰਨ ਕੀਤੀ, ਕਿਉਂਕਿ ਬਾਣੀ ਜਿਹੜੀ ਪਹਿਲੇ ਉਹ ਲਿਖੀ ਸੀ, ਸੰਗਤਾਂ ਦੇ ਵਿੱਚ ਦੁਬਿਧਾ ਪੈਣੀ ਸੀ। ਗੁਰੂ ਅਰਜਨ ਦੇਵ ਮਹਾਰਾਜ ਉਸ ਦੁਬਿਧਾ ਨੂੰ ਖਤਮ ਕਰ ਗਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਦਮਦਮਾ ਸਾਹਿਬ 9ਵੇਂ ਪਾਤਸ਼ਾਹ ਜੀ ਦੀ ਬਾਣੀ ਲਿਖ ਦਿੱਤੀ, ਤੇ 9ਵੇਂ ਪਾਤਸ਼ਾਹ ਜੀ ਦੀ ਬਾਣੀ ਲਿਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ 1430 ਅੰਗਾਂ ਤੇ ਸੰਪੂਰਨਤਾ ਦੇ ਦਿੱਤੀ। ਆਪਣੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਉਹਨਾਂ ਦੇ ਆਪਣੇ ਗ੍ਰੰਥ ਆਦਿ ਸ਼੍ਰੀ ਦਸਮ ਗ੍ਰੰਥ ਜੀ ਦੀ ਬਾਣੀ, ਸ਼੍ਰੀ ਸਰਬਲੋਕ ਗ੍ਰੰਥ ਜੀ ਦੀ ਬਾਣੀ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੀ ਬਾਣੀ ਲਿਖੀ ਹੈ। ਤੇ ਐਵੇਂ ਅੱਜ ਜਿਹੜਾ ਪਹਿਲਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ, ਉਹ ਜਿਹਨੂੰ ਗੁਰਿਆਈ ਹਰਿਮੰਦਰ ਸਾਹਿਬ ਦੇ ਵਿੱਚ ਮਿਲੀ, ਉਹ ਦਿਹਾੜੇ ਨੂੰ ਮਨਾ ਰਹੇ ਹਾਂ। ਤੇ ਆਓ ਮੈਂ ਅਖੀਰੀ ਬੇਨਤੀ ਪੜ੍ਹ ਕੇ ਨਾਲ ਹੀ ਆਨੰਦ ਸਾਹਿਬ ਕਰ ਦੇਣਾ, ਫਿਰ ਸਮਾਪਤੀ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ। ਸਾਰਿਆਂ ਨੂੰ ਦਾਸ ਦੇ ਜਥੇ ਵੱਲੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸਤਿਗੁਰ ਕਿਰਪਾ ਕਰਨ, ਸਭਨਾਂ ਦੇ ਘਰਾਂ ਦੇ ਵਿੱਚ ਸੁੱਖ ਹੋਵੇ, ਆਨੰਦ ਹੋਵੇ, ਖੁਸ਼ੀਆਂ ਹੋਣ, ਖੇੜੇ ਹੋਣ, ਗੁਰੂ ਦੀ ਬਾਣੀ ਦਾ ਜਾਪ ਚੱਲਦਾ ਰਹੇ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਤੇ ਸਤਿਗੁਰੂ ਜੀ ਦੇ ਕੋਲੋਂ ਉਹ ਮੰਗਣਾ, ਸਤਿਗੁਰੂ ਜੀ ਕਿਰਪਾ ਕਰੋ ਸਾਡੇ ਈਰਖਾ ਦੇ ਨਾਲ ਭਰੇ ਮਨ, ਕਠੋਰਤਾ ਦੇ ਨਾਲ ਭਰੇ ਮਨ, ਜਿਵੇਂ ਤੁਸੀਂ ਡੁੱਬਦੇ ਪੱਥਰਾਂ ਨੂੰ ਤਾਰ ਦਿੰਦੇ ਹੋ, ਤੇ ਕਿਰਪਾ ਕਰੋ ਸਾਨੂੰ ਵੀ ਤਾਰਨਾ ਕਰੋ। ਪੜਿਓ ਬਚਨ, ਫਿਰ ਸਮਾਪਤੀ ਹੈ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ।